शुरू होयो। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨ ਸਕੋ, ਤੂੰ ਠਾਕੁਰ ਊਚ ਭਗਵਾਨਾ। ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਹੋ ਦਇਆਲ ਨਾਮ ਦੇਹੁ ਮੰਗਤ ਜਨ ਕੋ, ਸਦਾ ਰਹੋ ਰੰਗ ਰਾਤਾ। ਜਿਹਬਾ ਏਕ ਕਵਨ ਗੁਣ ਕਹੀਐ, ਬੇਸੁਮਾਰ ਬੇਅੰਤ ਸੁਆਮੀ। ਤੇਰੋ ਅੰਤ ਨਾ ਕਿਨਹੀ ਲਹੀਐ, ਕੋਟ ਪਰਾਧ ਹਮਾਰੇ ਖੰਡੋ। ਅਨਕ ਵਿਧੀ ਸਮਝਾਵੋ, ਹਮ ਅਗਿਆਨ ਅਲਪ ਮਤ ਥੋਰੀ। ਤੁਮ ਆਪਨ ਬਿਰਦ ਰਖਾਵੋ, ਤੁਮਰੀ ਸ਼ਰਨ ਤੁਮਾਰੀ ਆਸਾ। ਤੁਮ ਹੀ ਸਜਨ ਸੋਹਿਲੇ, ਰਾਖੋ ਰਾਖਨਹਾਰ ਦਇਆਲਾ।
ਨਾਨਕ ਘਰ ਕੇ ਗੋਲੇ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ੋਭਾਇਮਾਨ ਪਰਮ ਸਨਮਾਨਯੋਗ ਸਾਧ ਸੰਗਤ ਜੀ, ਗੁਰੂ ਕਿਰਪਾ ਸਦਕਾ ਜੋ ਆਪਾਂ ਪਿਛਲੇ ਕਈ ਦਿਨਾਂ ਤੋਂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜਿਨ੍ਹਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਸ੍ਰੀ ਜਪਜੀ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਦੀ ਵਿਚਾਰ ਲਗਾਤਾਰ ਕਰਦੇ ਆ ਰਹੇ ਹਾਂ। ਇਹ ਜੋ ਵਿਚਾਰ 15 ਪੌੜੀਆਂ ਤੱਕ ਆਪ ਜੀ ਨੇ ਸ਼ਰਵਣ ਕੀਤੀ ਹੈ, ਇਸ ਤੋਂ ਅਗਲੇਰੀ ਜੋ ਵਿਚਾਰ ਹੈ ਉਹ ਗੁਰੂ ਕਿਰਪਾ ਸਦਕਾ ਆਪਾਂ ਕਰਨ ਦਾ ਯਤਨ ਕਰਾਂਗੇ। ਸਤਿਗੁਰੂ ਪਾਤਸ਼ਾਹ ਜੀ ਆਪ ਮਿਹਰ ਰਹਿਮਤ ਕਰਨ, ਆਪਣੀ ਮਿਹਰ ਸਦਕਾ ਇਹਨਾਂ ਪਾਵਨ ਪਵਿੱਤਰ ਬੋਲਾਂ ਦੀ ਵਿਚਾਰ ਸਤਿਗੁਰੂ ਜੀ ਆਪ ਕਰਵਾ ਲੈਣ। ਸਮੂਹ ਸਾਧ ਸੰਗਤ ਜੀ ਮਨੋਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਜਿਨੇ ਵੀ ਆਪ ਗੁਰੂ ਦਰਬਾਰ ਅੰਦਰ ਹਾਜ਼ਰ ਹੋ ਤੇ ਦੂਰ ਦਰਾਡੇ ਸੁਰਤ ਕਰਕੇ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨਾਂ ਦੇ ਨਾਲ ਜੁੜੇ ਹੋ, ਆਸੀਸ ਦੇਵੋ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਜੋ 16ਵੀਂ ਪੌੜੀ ਹੈ, ਜਿਸ ਦੇ ਅੰਦਰ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਖਦੇ ਨੇ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੱਜ ਪੰਜ ਪ੍ਰਵਾਨ ਦੀ ਗੱਲ ਕੀਤੀ ਹੈ। ਜਿਹੜਾ ਪੰਜ ਸ਼ਬਦ ਹੈ, ਸਤਿਕਾਰਯੋਗ ਸਾਧ ਸੰਗਤ ਜੀਓ, ਗੁਰੂ ਕੀ ਬਾਣੀ ਦੇ ਅੰਦਰ ਬਹੁਤਾਤ ਵਾਰੀ ਇਹ ਵਰਤਿਆ ਗਿਆ ਹੈ। ਜਦੋਂ ਆਪਾਂ ਪੰਜ ਦੀ ਗੱਲ ਕਰਦੇ ਹਾਂ, ਜਿਹੜੇ ਵਿਦਵਾਨ ਪੁਰਸ਼ ਹਨ, ਜਿਨ੍ਹਾਂ ਨੇ ਗੁਰਬਾਣੀ ਦੇ ਟੀਕੇ ਕੀਤੇ ਹੈ, ਉਹ ਆਖਦੇ ਨੇ ਕਿ ਜਿਹੜਾ ਸਾਡਾ ਹੱਥ ਹੈ, ਇਸ ਦੇ ਫੈਲਾਓ ਨੂੰ ਵੀ ਪੰਜ ਆਖਿਆ ਜਾਂਦਾ ਹੈ। ਇਸੇ ਤਰ੍ਹਾਂ ਜਿਹੜਾ ਇਹ ਸਾਡਾ ਸਰੀਰ ਹੈ, ਇਹ ਵੀ ਪੰਜਾਂ ਤੱਤਾਂ ਦਾ ਬਣਿਆ ਹੋਇਆ ਹੈ।
ਤੇ ਸਾਧ ਸੰਗਤ ਜੀ, ਸਾਡੇ ਸਰੀਰ ਦੇ ਅੰਦਰ 5 ਗਿਆਨ ਇੰਦਰੇ ਹਨ ਤੇ 5 ਹੀ ਸਾਡੇ ਅੰਦਰ ਇਹੋ ਜਿਹੇ ਵਿਸ਼ੇ ਵਿਕਾਰ ਹੈ ਜਿਨ੍ਹਾਂ ਨੂੰ ਗੁਰਬਾਣੀ ਨੇ ਇੱਕ ਇੱਕ ਨੂੰ ਸਾਡੇ ਅੱਗੇ ਵਿਚਾਰ ਭਰਪੂਰ ਖੋਲ੍ਹ ਕੇ ਰੱਖਿਆ ਹੈ। ਜਦੋਂ ਆਪਾਂ ਸਤਿਗੁਰੂ ਜੀ ਦੇ ਬਚਨ ਪੜ੍ਹਦੇ ਹਾਂ, ਸਤਿਗੁਰੂ ਪਾਤਸ਼ਾਹ ਜੀ ਆਖਦੇ ਨੇ, ਇਸ ਦੇਹੀ ਅੰਦਰ 5 ਚੋਰ ਵਸੇ। ਇੱਥੇ ਵੀ ਇਹ 5 ਸ਼ਬਦ ਵਰਤਿਆ ਗਿਆ ਹੈ। ਉਹ ਕਿਹੜੇ ਚੋਰਾਂ ਦੀ ਗੱਲ ਕੀਤੀ ਹੈ? ਪਾਤਸ਼ਾਹ ਜੀ ਆਖਦੇ ਨੇ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰਾ। ਸਤਿਗੁਰੂ ਗੁਰੂ ਪਾਤਸ਼ਾਹ ਜੀ ਆਖਦੇ ਨੇ, ਸਾਡੇ ਇਸ ਦੇਹੀ ਦੇ ਅੰਦਰ 5 ਇਹੋ ਜਿਹੇ ਚੋਰ ਵਸਦੇ ਨੇ। ਕਾਮ ਹੈ, ਕ੍ਰੋਧ ਹੈ, ਲੋਭ, ਮੋਹ, ਅਹੰਕਾਰ, ਜਿਹੜੇ ਹਰ ਵਕਤ ਸਾਡੇ ਅੰਮ੍ਰਿਤ ਲੂਟੇ, ਮਨ ਮੁਖ ਨਹੀਂ ਬੂਝੇ। ਪਾਤਸ਼ਾਹ ਜੀ ਆਖਦੇ ਨੇ, ਸਾਡੇ ਅੰਦਰ ਦੀ ਇਕਾਗਰਤਾ, ਸਾਡੇ ਅੰਦਰ ਦਾ ਖਿੜਾਓ, ਸਾਡੇ ਅੰਦਰ ਦਾ ਜਿਹੜਾ ਅੰਮ੍ਰਿਤ ਹੈ, ਇਹ ਲੁੱਟਦੇ ਨੇ। ਤੇ ਜਿਹੜਾ ਮਨੁੱਖ ਹੈ, ਮਨਮੁਖਤਾ ਦੇ ਕਾਰਨ ਆਪਣੇ ਮਨ ਦੇ ਮਗਰ ਲੱਗ ਕੇ ਜਿਹੜਾ ਤੁਰਨ ਵਾਲਾ ਹੈ, ਪਾਤਸ਼ਾਹ ਜੀ ਆਖਦੇ ਨੇ, ਅੰਮ੍ਰਿਤ ਲੂਟੇ, ਮਨ ਮੁਖ ਨਹੀਂ ਬੂਝੇ, ਕੋਇ ਨਾ ਸੁਣੈ ਪੁਕਾਰਾ। ਤੇ ਇਸ ਸਾਡੇ ਮਨ ਨੂੰ ਬਿਲਕੁਲ ਵੀ ਸਮਝ ਨਹੀਂ ਲੱਗਦੀ ਹੈ। ਤੇ ਦੂਸਰਾ ਆਪਾਂ ਬਚਨ ਗੁਰੂ ਕੀ ਬਾਣੀ ਦੇ ਅੰਦਰ ਪੜ੍ਹਦੇ ਹਾਂ, ਸਤਿਗੁਰੂ ਜੀ ਆਖਦੇ ਨੇ, ਅਪ ਤੇਜ ਵਾਏ ਪ੍ਰਿਥਵੀ ਆਕਾਸ਼ਾ। ਜਿਹੜੇ ਸਾਡਾ ਸਰੀਰ ਹੈ, ਇਹ ਵੀ 5 ਤੱਤਾਂ ਦਾ ਬਣਿਆ ਹੋਇਆ ਹੈ। ਅਪ ਦਾ ਮਤਲਬ ਹੈ ਪਾਣੀ, ਤੇਜ ਦਾ ਮਤਲਬ ਹੈ ਅੱਗ, ਵਾਯ ਦਾ ਮਤਲਬ ਹੈ ਹਵਾ, ਪ੍ਰਿਥਵੀ ਧਰਤੀ, ਆਕਾਸ਼। ਇਹ 5 ਤੱਤਾਂ ਦਾ ਜਿਹੜਾ ਸਾਡਾ ਸਰੀਰ ਬਣਿਆ ਹੋਇਆ ਹੈ। ਕਹਿਣ ਤੋਂ ਮੁਰਾਦ, ਜਿੱਥੇ ਸਾਡੇ 5 ਤੱਤਾਂ ਦਾ ਇਹ ਸਰੀਰ ਹੈ, ਇਸੇ ਤਰ੍ਹਾਂ ਸਾਡੇ 5 ਗਿਆਨ ਇੰਦਰੇ ਹਨ। ਜਿਵੇਂ ਸਾਡੀਆਂ 2 ਅੱਖਾਂ, ਨਾਸਿਕਾ, ਕੰਨ ਤੇ ਜੀਭ। ਤੇ ਜੇ ਆਪਾਂ ਸਾਧ ਸੰਗਤ ਜੀ ਮੁਖ ਨੂੰ ਗਿਆਨ ਇੰਦਰਾ ਬਣਾਵਾਂਗੇ, ਜਿਹੜਾ ਸਾਡਾ ਮੂੰਹ ਇਹ ਗਿਆਨ ਇੰਦਰਾ ਨਹੀਂ ਹੈ, ਸਾਡੀ ਜੀਭ ਗਿਆਨ ਇੰਦਰਾ ਹੈ। 5ਵਾਂ ਸਾਡਾ ਜੋ ਗਿਆਨ ਇੰਦਰਾ ਉਹ ਹੈ ਸਾਡੀ ਚਮੜੀ, ਜਿਹਨੂੰ ਆਪਾਂ ਸਕਿਨ ਆਖਦੇ ਹਾਂ। ਸਤਿਗੁਰੂ ਗੁਰੂ ਪਾਤਸ਼ਾਹ ਜੀ ਨੇ ਹਰ ਇੱਕ ਨੂੰ ਬੜੇ ਢੰਗ ਦੇ ਨਾਲ ਸਾਡੇ ਅੱਗੇ ਰੱਖਿਆ ਹੈ। ਪਰ ਜਿਹੜੀ ਇੱਥੇ ਜਪਜੀ ਸਾਹਿਬ ਜੀ ਦੇ ਅੰਦਰ ਸਤਿਗੁਰੂ ਜੀ ਨੇ 5 ਦੀ ਗੱਲ ਕੀਤੀ ਹੈ, ਮਹਾਰਾਜ ਕਹਿੰਦੇ 5 ਪ੍ਰਵਾਨ। ਕਿਹੜੇ ਉਹ ਪ੍ਰਵਾਨ ਹੁੰਦੇ ਨੇ ਤੇ ਕਿਹੜੇ ਉਹ 5 ਹੈ ਜਿਨ੍ਹਾਂ ਦੀ ਸਤਿਗੁਰੂ ਗੁਰੂ ਨਾਨਕ ਸਭ ਸੱਚੇ ਪਾਤਸ਼ਾਹ ਜੀ ਗੱਲ ਕਰਦੇ ਨੇ। ਦੇਖੋ, ਆਪਾਂ ਹੁਣ ਤੱਕ 15 ਪੌੜੀਆਂ ਵਿਚਾਰ ਚੁੱਕੇ ਹਾਂ ਤੇ 15 ਪੌੜੀਆਂ ਦੇ ਅੰਦਰ 5 ਗੱਲਾਂ ਜਿਹੜੀਆਂ ਮੁੱਖ ਹਨ। ਤੇ ਜੇ ਉਹ 5 ਗੱਲਾਂ ਕੋਈ ਮੰਨ ਲੈਂਦਾ ਹੈ, ਮਹਾਰਾਜ ਆਖਦੇ ਨੇ ਉਹ ਪੰਚ ਹੈ। ਭਾਵ ਕਿ ਉਹ ਉੱਚਾ ਹੈ, ਉਹ ਸਤਿਕਾਰਯੋਗ ਹੈ, ਉਹ ਮੁਖੀ ਹੈ। ਤੇ ਉਹ ਕਿਹੜੀਆਂ 5 ਗੱਲਾਂ ਹਨ ਜਿਹੜੀਆਂ ਸਾਨੂੰ 15 ਪੌੜੀਆਂ ਦੇ ਵਿੱਚ ਸਤਿਗੁਰੂ ਗੁਰੂ ਪਾਤਸ਼ਾਹ ਜੀ ਨੇ ਦ੍ਰਿੜ ਕਰਵਾਈਆਂ। ਪਹਿਲੀ ਗੱਲ ਹੈ ਸਾਧ ਸੰਗਤ ਜੀ, ਹੁਕਮ ਰਜਾਈ ਚੱਲਣਾ। ਪਰਮਾਤਮਾ ਦੇ ਹੁਕਮ ਦੇ ਵਿੱਚ, ਪਰਮਾਤਮਾ ਦੀ ਰਜ਼ਾ ਦੇ ਵਿੱਚ ਆਪਣੇ ਆਪ ਨੂੰ ਟਿਕਾਣਾ, ਆਪਣੇ ਆਪ ਨੂੰ ਤੋਰਨਾ, ਇਹ ਹੈ ਪਹਿਲੀ ਗੱਲ। ਦੂਸਰਾ ਹੈ ਸਾਧ ਸੰਗਤ ਜੀ, ਗਾਵੀਐ, ਪਰਮਾਤਮਾ ਦੇ ਸ਼ਬਦ ਨੂੰ ਗਾਣਾ। ਫਿਰ ਹੈ ਸੁਣਿਆ, ਪਰਮਾਤਮਾ ਦੇ ਸ਼ਬਦ ਨੂੰ ਸੁਣਨਾ।
ਫਿਰ ਹੈ ਸਾਧ ਸੰਗਤ ਜੀ ਮਨ। ਜਿੱਥੇ ਗਾਣਾ ਜ਼ਰੂਰੀ ਹੈ, ਸੁਣਨਾ ਜ਼ਰੂਰੀ ਹੈ, ਮਹਾਰਾਜ ਆਖਦੇ ਨੇ ਇਹਨੂੰ ਮੰਨਣਾ ਵੀ ਹੈ। ਤੇ ਮੰਨਣਾ ਕਿਵੇਂ ਹੈ? ਭਾਉ ਦਾ ਮਤਲਬ ਹੈ ਪ੍ਰੇਮ। ਪਹਿਲੀ ਗੱਲ ਹੈ ਹੁਕਮ ਦੀ, ਦੂਸਰੀ ਗੱਲ ਹੈ ਗਾਣ ਦੀ, ਤੀਸਰੀ ਗੱਲ ਹੈ ਸੁਣਨ ਦੀ, ਚੌਥੀ ਗੱਲ ਹੈ ਮੰਨਣ ਦੀ, ਤੇ ਪੰਜਵੀਂ ਗੱਲ ਹੈ ਸਾਧ ਸੰਗਤ ਜੀ ਪ੍ਰੇਮ ਦੀ। ਜਿਹਦੇ ਅੰਦਰ ਸ਼ਰਧਾ ਪ੍ਰੇਮ ਪੈਦਾ ਹੋ ਜਾਵੇ, ਸ਼ਰਧਾ ਦੇ ਅਧੀਨ ਹੋ ਕੇ, ਪ੍ਰੇਮ ਦੇ ਅਧੀਨ ਹੋ ਕੇ ਪਰਮਾਤਮਾ ਨੂੰ ਸੁਣਦਾ ਹੈ, ਗਾਉਂਦਾ ਹੈ, ਮੰਨਦਾ ਹੈ ਤੇ ਪਰਮਾਤਮਾ ਦੀ ਰਜ਼ਾ ਦੇ ਵਿੱਚ ਆਪਣੇ ਜੀਵਨ ਨੂੰ ਗੁਜ਼ਾਰਦਾ ਹੈ। ਮਹਾਰਾਜ ਆਖਦੇ ਨੇ ਕਿ ਫਿਰ ਉਹ ਪ੍ਰਵਾਨ ਹੋ ਜਾਂਦੇ ਨੇ ਤੇ ਉਹ ਮਨੁੱਖ ਆਮ ਮਨੁੱਖ ਨਹੀਂ ਹੈ, ਉਹ ਫਿਰ ਪੰਚ ਬਣ ਜਾਂਦੇ ਨੇ। ਸਾਧ ਸੰਗਤ ਜੀ ਇਸੇ ਕਰਕੇ ਸਤਿਗੁਰੂ ਗੁਰੂ ਪਾਤਸ਼ਾਹ ਜੀ ਆਖਦੇ ਨੇ ਪੰਚ ਪ੍ਰਵਾਨ। ਤੇ ਉਹ ਮਨੁੱਖ ਪ੍ਰਵਾਨ ਹੋ ਜਾਂਦੇ ਨੇ, ਉੱਚੇ ਹੋ ਜਾਂਦੇ ਨੇ, ਸਤਿਕਾਰਯੋਗ ਹੋ ਜਾਂਦੇ ਨੇ। ਭਾਵੇਂ ਕਿ ਸਾਡੇ ਸਿੱਖ ਇਤਿਹਾਸ ਵਿੱਚ ਅਨੇਕਾਂ ਹੀ ਗਵਾਹੀਆਂ ਇਹੋ ਜਿਹੀਆਂ ਮਿਲਦੀਆਂ ਹਨ ਜਿਹੜੀਆਂ ਇਸ ਗੱਲ ਨੂੰ ਸਿੱਧ ਕਰਦੀਆਂ ਨੇ ਕਿਵੇਂ ਸਿੱਖ ਆਪਣੇ ਗੁਰੂ ਦਾ, ਆਪਣੇ ਇਸ਼ਟ ਦਾ ਹੁਕਮ ਕਿਵੇਂ ਮੰਨਣਾ ਹੈ ਤੇ ਕਿਵੇਂ ਉਸ ਪਰਮਾਤਮਾ ਨੂੰ ਗਾਣਾ ਹੈ। ਸਾਧ ਸੰਗਤ ਜੀ ਆਪਾਂ ਸਿਰਫ ਇਸ ਗੱਲ ਨੂੰ ਸਮਝਣ ਵਾਸਤੇ ਇੱਕ ਇਤਿਹਾਸ ਦੇ ਵਿੱਚੋਂ ਥੋੜੀ ਜਿਹੀ ਉਦਾਹਰਨ ਲੈਣੀ ਚਾਹੁੰਦੇ ਹਾਂ ਕਿ ਕਿਵੇਂ ਉਸ ਪਰਮਾਤਮਾ ਨੂੰ ਗਾਇਆ ਜਾਂਦਾ, ਕਿਵੇਂ ਰਜ਼ਾ ਦੇ ਵਿੱਚ ਚੱਲਣਾ, ਹੁਕਮ ਨੂੰ ਕਿਵੇਂ ਮੰਨਣਾ ਹੈ। ਜਿਸ ਵਕਤ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਿੱਲੀ ਚਾਂਦਨੀ ਚੌਕ ਦੇ ਵਿੱਚ ਗਏ, ਜਦੋਂ ਹਿੰਦੂ ਲੋਕ ਉਹਨਾਂ ਦੇ ਉੱਪਰ ਜੋ ਹਾਕਮ ਲੋਕ ਸੀ ਔਰੰਗਜ਼ੇਬ ਵਰਗਿਆਂ ਨੇ ਤਸ਼ੱਦਦ ਕੀਤਾ ਤੇ ਸਾਧ ਸੰਗਤ ਜੀ ਉਸ ਤਸ਼ੱਦਦ ਨੂੰ ਨਾ ਸਹਿੰਦੇ ਹੋਏ ਆਪਣੀ ਰੱਖਿਆ ਦੇ ਵਾਸਤੇ, ਮੰਦਰਾਂ ਦੀ ਰੱਖਿਆ ਵਾਸਤੇ, ਆਪਣੇ ਧਰਮ ਦੀ ਰੱਖਿਆ ਵਾਸਤੇ ਇਹ ਹਿੰਦੂ ਵੀਰ ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਗਏ ਤੇ ਜਾ ਕੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਫਰਿਆਦ ਕੀਤੀ ਕਿ ਮਹਾਰਾਜ ਤੁਸੀਂ ਕਿਰਪਾ ਕਰਕੇ ਸਾਡੇ ਧਰਮ ਨੂੰ ਬਚਾਵੋ, ਸਾਡੇ ਧਰਮ ਨੂੰ ਖਤਮ ਕਰਨ ਵਾਸਤੇ ਜਿਹੜੇ ਸਾਡੇ ਉੱਪਰ ਹਾਕਮ ਹਨ ਉਹ ਤਸ਼ੱਦਦ ਕਰਦੇ ਨੇ। ਤੇ ਸਤਿਗੁਰੂ ਗੁਰੂ ਪਾਤਸ਼ਾਹ ਜੀ ਨੇ ਉਹਨਾਂ ਨੂੰ ਦਿਲਾਸਾ ਦਿੱਤਾ ਕਿ ਤੁਸੀਂ ਘਬਰਾਓ ਨਾ, ਕਿ ਤੁਹਾਡੇ ਧਰਮ ਨੂੰ ਆਪਾਂ ਜ਼ਰੂਰ ਬਚਾਵਾਂਗੇ। ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਉਹਨਾਂ ਦੀ ਫਰਿਆਦ ਪੁਕਾਰ ਨੂੰ ਸੁਣ ਕੇ ਜਦੋਂ ਦਿੱਲੀ ਨੂੰ ਗਏ, ਦਿੱਲੀ ਚਾਂਦਨੀ ਚੌਕ ਦੇ ਵਿੱਚ ਸਤਿਗੁਰੂ ਗੁਰੂ ਪਾਤਸ਼ਾਹ ਜੀ ਦੇ ਬਹੁਤ ਹੀ ਪਿਆਰੇ, ਬਹੁਤ ਹੀ ਨਜ਼ਦੀਕੀ, ਇੱਥੇ ਤੱਕ ਕਿ ਸਤਿਗੁਰੂ ਜੀ ਦੇ ਜਿਹੜੇ ਦੀਵਾਨ ਸੀ ਉਹ ਵੀ ਸਾਧ ਸੰਗਤ ਜੀ ਇਹਨਾਂ ਜ਼ਾਲਮ ਸਰਕਾਰਾਂ ਨੇ, ਹੁਕਮਰਾਨਾਂ ਨੇ ਸ਼ਹੀਦ ਕਰ ਦਿੱਤੇ। ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਜਦੋਂ ਆਪਾਂ ਇਹਨਾਂ ਦੀ ਸ਼ਹਾਦਤ ਨੂੰ ਦੇਖਦੇ ਹਾਂ ਤੇ ਸਤਿਕਾਰਯੋਗ ਸਾਧ ਸੰਗਤ ਜੀ ਉਹ ਭਾਵੇਂ ਕਿ ਆਪਾਂ ਆਪਣੀ ਜ਼ੁਬਾਨ ਦੇ ਨਾਲ ਇਹਨਾਂ ਸ਼ਹੀਦਾਂ ਦੀ ਗੱਲ ਕਰਦੇ ਹਾਂ ਤੇ ਕੰਨਾਂ ਦੇ ਨਾਲ ਇਹਨਾਂ ਦੀ ਗੱਲ ਨੂੰ ਸੁਣਦੇ ਹਾਂ, ਪਰ ਜਿਹੜਾ ਮਹਿਸੂਸ ਕਰਕੇ ਦੇਖਦਾ ਹੈ ਕਿਵੇਂ ਉਸ ਭਾਈ ਮਤੀ ਦਾਸ ਨੇ ਆਪਣੇ ਗੁਰੂ ਦੇ ਹੁਕਮ ਨੂੰ ਮੰਨ ਕੇ, ਆਪਣੇ ਗੁਰੂ ਦੇ ਰਜ਼ਾ ਨੂੰ ਮੰਨ ਕੇ ਕਿਵੇਂ ਆਪਣੇ ਸੀਸ ਦੇ ਉੱਪਰ ਆਰੇ ਨੂੰ ਚਲਵਾਇਆ, ਕਿਵੇਂ ਉਹ ਜ਼ਾਲਮ ਲੋਕਾਂ ਨੇ ਸਾਧ ਸੰਗਤ ਜੀ ਤਸ਼ੱਦਦ ਕੀਤੇ ਹੈ ਤੇ ਕਿਵੇਂ ਉਹ ਸਾਧ ਸੰਗਤ ਜੀ ਭਾਈ ਸਤੀ ਦਾਸ ਹੋਵੇਗਾ ਜਿਹਨੂੰ ਰੂੰ ਦੇ ਵਿੱਚ ਬੰਨ੍ਹ ਕੇ ਸਾੜਿਆ ਗਿਆ, ਭਾਈ ਦਿਆਲਾ ਜੀ ਜਿਹਨੂੰ ਸਾਧ ਸੰਗਤ ਜੀ ਉਬਲਦੀ ਦੇਗ ਦੇ ਵਿੱਚ ਉਬਾਲਿਆ ਗਿਆ। ਤੇ ਸਤਿਗੁਰੂ ਗੁਰੂ ਪਾਤਸ਼ਾਹ ਜੀ ਦੇ ਅੱਗੇ ਇਹ ਜਦੋਂ ਤਿੰਨ ਸ਼ਹਾਦਤਾਂ ਹੋਈਆਂ
ਤੇ ਸਤਿਗੁਰੂ ਗੁਰੂ ਪਾਤਸ਼ਾਹ ਜੀ ਦੀ ਸ਼ਹਾਦਤ ਦਾ ਦਿਨ ਆਇਆ ਤੇ ਉਸ ਵਕਤ ਸਤਿਗੁਰੂ ਜੀ ਦਾ ਬਹੁਤ ਹੀ ਪਿਆਰਾ ਸਿੱਖ, ਬਹੁਤ ਹੀ ਸਾਧ ਸੰਗਤ ਜੀ, ਲਾਡਲਾ ਨਜ਼ਦੀਕੀ ਭਾਈ ਜੈਤਾ ਜੀ ਤੇ ਕਿਵੇਂ ਪਰਮਾਤਮਾ ਦੇ ਹੁਕਮ ਨੂੰ ਮੰਨਦਾ ਹੈ, ਕਿਵੇਂ ਪਰਮਾਤਮਾ ਦੀ ਰਜ਼ਾ ਦੇ ਵਿੱਚ ਤੁਰਦਾ ਹੈ ਤੇ ਕਿਵੇਂ ਪਰਮਾਤਮਾ ਦੇ ਸਾਧ ਸੰਗਤ ਜੀ ਹੁਕਮ ਨੂੰ ਮੰਨਣਾ, ਪ੍ਰੇਮ ਦੇ ਵਿੱਚ ਰਹਿਣਾ। ਜਦੋਂ ਸਤਿਗੁਰੂ ਗੁਰੂ ਪਾਤਸ਼ਾਹ ਜੀ ਨੇ ਉੱਥੇ ਆਪਣੀ ਸ਼ਹਾਦਤ ਦਿੱਤੀ, ਉਸ ਗੁਰੂ ਕੇ ਸਿੱਖ ਨੇ ਸਾਧ ਸੰਗਤ ਜੀ ਪਰਮਾਤਮਾ ਦੇ ਹੁਕਮ ਨੂੰ ਮੰਨਦਿਆਂ, ਗੁਰੂ ਦੇ ਹੁਕਮ ਨੂੰ ਮੰਨਦਿਆਂ, ਕਿਉਂਕਿ ਇਹ ਗੱਲ ਆਖੀ ਗਈ ਸੀ ਕਿ ਜਿਸ ਵਕਤ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਤੁਰੇ ਤੇ ਮਾਤਾ ਗੁਜਰੀ ਜੀ ਜਦੋਂ ਉਹਨਾਂ ਨੇ ਇਹ ਗੱਲ ਆਖੀ ਸੀ ਕਿ ਸਾਈਂ ਜੀ ਤੁਸੀਂ ਤਾਂ ਆਪਣੀ ਜਿਹੜੀ ਪ੍ਰੀਤ ਹੈ ਉਹ ਨਿਭਾ ਚੱਲੇ ਹੋ ਤੇ ਮੇਰੇ ਪਰ ਵੀ ਕਿਰਪਾ ਕਰਿਓ, ਮੈਂ ਵੀ ਆਪਣੀ ਜਿਹੜੀ ਪ੍ਰੀਤ ਹੈ ਅਕਾਲ ਪੁਰਖ ਦੇ ਨਾਲ ਨਿਭਾ ਸਕਾਂ, ਜਿਹੜਾ ਮੇਰਾ ਮਨ ਹੈ ਇਹ ਡੋਲੇ ਨਾ। ਤੇ ਉਸ ਵਕਤ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਆਖਿਆ ਸੀ ਕਿ ਗੁਜਰੀ ਜੀ ਤੁਹਾਡੀ ਜਿਹੜੀ ਪਰਖ ਹੋਵੇਗੀ ਕਿ ਜੇ ਤਾਂ ਤੁਸੀਂ ਉਸ ਪਰਖ ਦੇ ਵਿੱਚੋਂ ਨਿਕਲ ਗਏ ਫਿਰ ਤਾਂ ਤੁਹਾਡੇ ਸਿਰ ਦੇ ਉੱਪਰ ਜਿੰਨੀਆਂ ਮਰਜ਼ੀ ਮੁਸੀਬਤਾਂ ਆ ਜਾਣ, ਜਿੰਨੇ ਮਰਜ਼ੀ ਝੱਖੜ ਆ ਜਾਣ, ਤੁਸੀਂ ਡੋਲ ਨਹੀਂ ਸਕਦੇ। ਤੇ ਉਸ ਵਕਤ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਆਖਣ ਲੱਗੇ ਕਿ ਜਿਹੜਾ ਆ ਮੇਰਾ ਸੀਸ ਹੈ ਇਹ ਤੁਹਾਡੇ ਕੋਲ ਆਵੇਗਾ, ਤੁਸੀਂ ਡੋਲਣਾ ਨਹੀਂ ਹੈ। ਤੇ ਸਾਧ ਸੰਗਤ ਜੀ ਭਾਈ ਜੈਤਾ ਜੀ ਜਦੋਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਹੋਈ, ਉਸ ਮਰਜੀਵੜੇ ਸਿੱਖ ਨੇ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਸੀਸ ਨੂੰ ਚੁੱਕਿਆ ਤੇ ਸਾਧ ਸੰਗਤ ਜੀ ਦਿੱਲੀ ਤੋਂ ਲਾ ਕੇ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਆਣ ਤੱਕਰ 5 ਪੜਾਅ ਕੀਤੇ ਤੇ ਉਹਨਾਂ 5 ਪੜਾਵਾਂ ਦੇ ਵਿੱਚ ਕਿਵੇਂ ਇਸ ਗੁਰੂ ਕੇ ਸਿੱਖ ਨੇ ਪ੍ਰੇਮ ਦੇ ਵਿੱਚ ਪਾਤਸ਼ਾਹ ਜੀ ਦੇ ਸੀਸ ਨੂੰ ਸਾਂਭਿਆ ਤੇ ਕਿਵੇਂ ਸਤਿਗੁਰੂ ਜੀ ਦੀ ਰਜ਼ਾ ਦੇ ਵਿੱਚ ਤੁਰਿਆ ਤੇ ਕਿਵੇਂ ਸਾਧ ਸੰਗਤ ਜੀ ਗੁਰੂ ਦੇ ਹੁਕਮ ਨੂੰ ਮੰਨਿਆ ਹੈ। ਜਿਹੜਾ ਇਹ ਇਤਿਹਾਸ ਭਾਵੇਂ ਕਿ ਬਹੁਤ ਲੰਬੇਰਾ ਹੈ ਕਿ ਜਦੋਂ ਭਾਈ ਜੈਤਾ ਜੀ ਪੜਾਅ ਕਰਦੇ ਨੇ, ਕਦੇ ਸਾਧ ਸੰਗਤ ਜੀ ਧੋਬੀ ਮਿਲਦਾ ਹੈ, ਕਦੇ ਕਾਜੀ ਮਿਲਦਾ ਹੈ, ਕਦੇ ਸਾਧ ਸੰਗਤ ਜੀ ਜਿਹੜੇ ਪੰਡਤ ਮਿਲਦੇ ਹਨ ਤੇ ਭਾਈ ਜੈਤਾ ਜੀ ਕਿਵੇਂ ਉਸ ਸੀਸ ਦੇ ਦਰਸ਼ਨ ਵੀ ਕਰਵਾਉਂਦਾ ਹੈ ਤੇ ਸਾਧ ਸੰਗਤ ਜੀ ਉਸ ਸੀਸ ਨੂੰ ਸੰਭਾਲਦਾ ਵੀ ਹੈ। ਇਹ ਹੈ ਸਾਧ ਸੰਗਤ ਜੀ ਹੁਕਮ ਦੇ ਵਿੱਚ ਚੱਲਣਾ, ਪਰਮਾਤਮਾ ਦੀ ਰਜ਼ਾ ਦੇ ਵਿੱਚ ਚੱਲਣਾ। ਫਿਰ ਜਿਹੜੇ ਇਹੋ ਜਿਹੇ ਗੁਰੂ ਕੇ ਸਿੱਖ ਹਨ ਉਹਨਾਂ ਦੇ ਬਾਬਤ ਪਾਤਸ਼ਾਹ ਜੀ ਆਖਦੇ ਨੇ 5 ਪ੍ਰਵਾਨ, ਉਹ ਪ੍ਰਵਾਨ ਹੋ ਜਾਂਦੇ ਨੇ, ਦਰਗਾਹ ਦੇ ਵਿੱਚ ਕਬੂਲੇ ਜਾਂਦੇ ਨੇ। ਭਾਵੇਂ ਕਿ ਇਹ ਸ਼ਬਦ ਆਪਾਂ ਦੇ ਲਈ ਬਹੁਤ ਛੋਟਾ ਲੱਗਦਾ ਹੈ, ਮੈਂ ਵਾਰ-ਵਾਰ ਬੇਨਤੀ ਇਹੀ ਕਰਦਾ, ਜਦੋਂ ਵਿਚਾਰ ਕਰਾਂਗੇ ਫਿਰ ਪਤਾ ਲੱਗਦਾ ਹੈ ਕਿ ਗੁਰੂ ਦੀ ਜਿਹੜੀ ਇਹ ਪਾਵਨ ਪਵਿੱਤਰ ਬਾਣੀ ਹੈ ਸਾਨੂੰ ਕਿੱਡਾ ਵੱਡਾ ਗਿਆਨ ਬਖਸ਼ਦੀ ਹੈ, ਸਾਨੂੰ ਕਿੱਡੀ ਵੱਡੀ ਰੂਹਾਨੀਅਤ ਬਖਸ਼ਦੀ ਹੈ। ਕੱਲਾ ਇਹ ਨਾ ਗੁਰੂ ਕੇ ਸਿੱਖੋ ਰੱਖੀਏ ਕਿ ਆਪਾਂ ਪੜ੍ਹਨ ਤੱਕ ਜ਼ੋਰ ਬਣਾਈਏ, ਜਿੱਥੇ ਪੜ੍ਹਨਾ ਹੈ ਉੱਥੇ ਵਿਚਾਰਨਾ ਵੀ ਬਹੁਤ ਜ਼ਰੂਰੀ ਹੈ। ਆਪਾਂ ਹੁਣੇ ਹੀ ਇੱਕ ਵਿਚਾਰ ਕਰਦੇ ਸੀ ਕਿ ਜਿਹੜਾ ਸਾਡੇ 5 ਤੱਤਾਂ ਦਾ ਸਰੀਰ ਹੈ, ਅਪ ਤੇਜ ਵਾਯ ਪ੍ਰਿਥਵੀ ਆਕਾਸ਼ਾ, ਤੇ ਜਿਹੜਾ ਇਹ ਸਾਡੇ 5 ਤੱਤਾਂ ਦਾ ਸਰੀਰ ਬਣਿਆ ਹੈ ਤੇ ਸਾਧ ਸੰਗਤ ਜੀ 5 ਤੱਤਾਂ ਦੇ ਸਰੀਰ ਦੇ ਜਿਹੜੇ ਗੁਣ ਹੁੰਦੇ ਨੇ ਤੇ ਜੇ ਉਹੀ ਗੁਣ ਕਿਸੇ ਇਨਸਾਨ ਦੇ ਅੰਦਰ ਆ ਜਾਣ ਉਹ ਵੀ 5 ਬਣ ਜਾਂਦੇ ਨੇ, ਉਹ ਵੀ ਪ੍ਰਵਾਨ ਹੋ ਜਾਂਦੇ ਨੇ। ਹੁਣ ਕਿਹੜੇ ਕਿਹੜੇ ਗੁਣ ਹੈ, ਆਓ ਆਪਾਂ ਗੁਰੂ ਕੀ ਬਾਣੀ ਦੇ ਵਿੱਚੋਂ ਦੇਖਦੇ ਹਾਂ। ਜਦੋਂ ਆਪਾਂ ਇਹ ਬਚਨ ਪੜ੍ਹਦੇ ਹਾਂ, ਅਪ ਦਾ ਮਤਲਬ ਹੈ ਸਾਧ ਸੰਗਤ ਜੀ ਪਾਣੀ, ਨੀਰ, ਆਵ, ਭਾਵੇਂ ਕਿ ਅਲੱਗ-ਅਲੱਗ ਇਹ ਸ਼ਬਦ ਵਰਤੇ ਗਏ ਨੇ। ਪਾਣੀ ਦੇ ਲਈ ਕਈ ਤਰ੍ਹਾਂ ਦੇ ਸ਼ਬਦ ਵਰਤੇ ਜਾਂਦੇ ਹੈ। ਜਦੋਂ ਆਪਾਂ ਸੁਖਮਨੀ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਪੜ੍ਹਦੇ ਹਾਂ ਤੇ ਸਤਿਗੁਰੂ ਗੁਰੂ ਪਾਤਸ਼ਾਹ ਜੀ ਨੇ ਸੁਖਮਨੀ ਸਾਹਿਬ ਜੀ ਦੇ ਅੰਦਰ
ਇਹ ਬਚਨ ਕੀਤੇ ਹੈ ਮਹਾਰਾਜ ਆਖਦੇ ਨੇ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨਾ ਲਾਗੈ ਜਲਾ। ਕਹਿੰਦੇ ਜਿਵੇਂ ਇੱਕ ਜਲ ਹੁੰਦਾ ਹੈ, ਪਾਣੀ ਹੁੰਦਾ ਹੈ, ਉਹ ਕਦਾਚਿਤ ਵੀ ਮੈਲਾ ਨਹੀਂ ਹੁੰਦਾ। ਮੈਲੇ ਤੋਂ ਭਾਵ ਹੈ ਸਾਡੀ ਜਿਹੜੀ ਨਿਗਾਹ ਹੈ ਕਈ ਵਾਰੀ ਪਾਣੀ ਨੂੰ ਦੇਖਦੀ, ਪਾਣੀ ਗੰਦਾ ਹੁੰਦਾ ਹੈ, ਕਿਸੇ ਪਾਣੀ ਦੇ ਵਿੱਚ ਰੰਗ ਘੋਲ ਦਈਏ, ਕਿਸੇ ਪਾਣੀ ਦੇ ਵਿੱਚ ਸਾਧ ਸੰਗਤ ਜੀ ਮਿੱਟੀ ਡਿੱਗ ਪਵੇ ਤੇ ਉਹ ਪਾਣੀ ਸਾਨੂੰ ਮੈਲਾ ਲੱਗਦਾ ਹੈ। ਪਰ ਜਦੋਂ ਉਹ ਪਾਣੀ ਸਾਧ ਸੰਗਤ ਜੀ ਸੂਰਜ ਦੀਆਂ ਕਿਰਨਾਂ ਪੈਂਦੀਆਂ ਨੇ, ਧੁੱਪ ਪੈਂਦੀਆਂ, ਤੇ ਜਿਹੜੀ ਉਹ ਮੈਲ ਥੱਲੇ ਰਹਿ ਜਾਂਦੀ ਹੈ, ਤੇ ਜਿਹੜਾ ਨਿਰਮਲ ਪਾਣੀ ਹੈ ਫਿਰ ਉਹ ਉਸੇ ਤਰ੍ਹਾਂ ਸਾਧ ਸੰਗਤ ਜੀ ਭਾਵ ਬਣ ਕੇ ਉਹ ਉੱਪਰ ਨੂੰ ਉੱਡ ਜਾਂਦਾ ਹੈ। ਇਸੇ ਕਰਕੇ ਸਤਿਗੁਰੂ ਪਾਤਸ਼ਾਹ ਜੀ ਆਖਦੇ ਨੇ ਜਿਵੇਂ ਪਾਣੀ ਨਿਰਮਲ ਦਾ ਨਿਰਮਲ ਹੀ ਰਹਿੰਦਾ ਹੈ ਤੇ ਆਪਣੇ ਵਿੱਚੋਂ ਮੈਲ ਨੂੰ ਨਿਖਾਰ ਕੇ ਰੱਖ ਦਿੰਦਾ, ਮੈਲ ਨੂੰ ਛੱਡ ਕੇ ਪਰੇ ਹੋ ਜਾਂਦਾ ਹੈ, ਇਸੇ ਤਰ੍ਹਾਂ ਸਾਧ ਸੰਗਤ ਜੀ ਬ੍ਰਹਮ ਗਿਆਨੀ ਗੁਰਮੁਖ ਸਿੱਖ ਹੁੰਦੇ ਨੇ ਜਿਨ੍ਹਾਂ ਦਾ ਸੁਭਾਅ ਇੱਕ ਪਾਣੀ ਦੀ ਤਰ੍ਹਾਂ ਹੈ। ਉਹਨਾਂ ਦੇ ਅੰਦਰ ਕਦਾਚਿਤ ਵੀ ਜਿਹੜੀ ਮੈਲ ਹੈ ਸਾਧ ਸੰਗਤ ਜੀ ਉਹ ਟਿਕ ਨਹੀਂ ਸਕਦੀ, ਉਹ ਆਪਣੇ ਆਪ ਨੂੰ ਉਸ ਪਾਣੀ ਦੀ ਤਰ੍ਹਾਂ ਨਿਰਮਲ ਕਰ ਲੈਂਦੇ ਨੇ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨਾ ਲਾਗੈ ਜਲਾ। ਸਤਿਗੁਰੂ ਗੁਰੂ ਪਾਤਸ਼ਾਹ ਜੀ ਅੱਗੇ ਆਖਦੇ ਨੇ ਬ੍ਰਹਮ ਗਿਆਨੀ, ਜਦੋਂ ਆਪਾਂ ਦੂਸਰੇ ਤੱਤ ਦੀ ਗੱਲ ਕਰਦੇ ਹਾਂ, ਅਪ ਤੇਜ, ਤੇਜ ਦਾ ਮਤਲਬ ਹੈ ਸਾਧ ਸੰਗਤ ਜੀ ਅੱਗ। ਜਿਹੜਾ ਬ੍ਰਹਮ ਗਿਆਨੀ ਦਾ ਸੁਭਾਅ ਹੈ ਸਾਧ ਸੰਗਤ ਜੀ ਜਿਵੇਂ ਅੱਗ ਸੋਨੇ ਨੂੰ ਸਾਧ ਸੰਗਤ ਜੀ ਨਿਖਾਰਦੀ ਹੈ, ਮੈਲ ਨੂੰ ਪਰੇ ਕਰ ਦਿੰਦੀ ਹੈ, ਸੋਨੇ ਨੂੰ ਨਿਖਾਰ ਦਿੰਦੀ ਹੈ, ਇਸੇ ਤਰ੍ਹਾਂ ਸਤਿਗੁਰੂ ਗੁਰੂ ਪਾਤਸ਼ਾਹ ਜੀ ਆਖਦੇ ਨੇ ਬ੍ਰਹਮ ਗਿਆਨੀਆਂ ਦਾ ਇਹ ਸੁਭਾਅ ਹੁੰਦਾ ਹੈ। ਜਿਹੜੇ ਪੰਜ ਲੋਕ ਹੁੰਦੇ ਨੇ, ਪੰਜ ਤੋਂ ਭਾਵ ਜਿਹੜੇ ਗੁਰੂ ਕੇ ਪਿਆਰੇ, ਗੁਰੂ ਕੇ ਸਿੱਖ ਹੁੰਦੇ ਨੇ, ਉਹਨਾਂ ਦੇ ਅੰਦਰ ਇਹ ਸੁਭਾਅ ਹੁੰਦਾ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀ ਇੱਕ ਹਵਾ ਦਾ ਸੁਭਾਅ ਹੈ। ਜਿਹੜੀ ਹਵਾ ਹੈ ਉਹ ਚਿਤ ਵੀ ਵਿਤਕਰਾ ਨਹੀਂ ਕਰਦੀ ਕਿ ਆਹ ਘਰ ਗਰੀਬ ਹੈ, ਅੱਜ ਮੈਂ ਇਸ ਘਰ ਦੇ ਵਿੱਚ ਨਹੀਂ ਜਾਣਾ। ਜਿਹੜੇ ਅਮੀਰ ਲੋਕ ਹੈ ਮੈਂ ਉਹਨਾਂ ਦੇ ਘਰਾਂ ਦੇ ਵਿੱਚ ਹੀ ਜਾਵਾਂਗੀ। ਜਿਵੇਂ ਇੱਕ ਹਵਾ ਦਾ ਸੁਭਾਅ ਹੈ, ਭਾਵੇਂ ਕੋਈ ਗਰੀਬ ਹੋਵੇ ਭਾਵੇਂ ਕੋਈ ਅਮੀਰ ਹੋਵੇ, ਹਵਾ ਸਾਰੇ ਘਰਾਂ ਦੇ ਵਿੱਚ ਸਾਰੇ ਜੀਵਾਂ ਨੂੰ ਸਵਾਸ ਦਿੰਦੀ ਹੈ, ਸੁੱਖ ਦਿੰਦੀ ਹੈ। ਇਸੇ ਕਰਕੇ ਸਾਧ ਸੰਗਤ ਜੀ ਜਿਹੜੇ ਗੁਰਮੁਖ ਪਿਆਰੇ ਬ੍ਰਹਮ ਗਿਆਨੀ ਹੁੰਦੇ ਨੇ ਉਹਨਾਂ ਦੇ ਅੰਦਰ ਕਦਾਚਿਤ ਵੀ ਵਿਤਕਰਾ ਨਹੀਂ ਹੁੰਦਾ ਕਿ ਮੈਂ ਇਸ ਘਰ ਦੇ ਵਿੱਚ ਨਹੀਂ ਜਾਣਾ, ਭਾਵ ਕਿ ਆਹ ਮੇਰਾ ਦੁਸ਼ਮਣ ਹੈ, ਆਹ ਮੇਰਾ ਨਜ਼ਦੀਕੀ ਹੈ। ਸਤਿਗੁਰੂ ਗੁਰੂ ਪਾਤਸ਼ਾਹ ਜੀ ਆਖਦੇ ਨੇ ਜਿਹੜਾ ਬ੍ਰਹਮ ਗਿਆਨੀ ਹੈ ਉਹ ਇੱਕ ਹਵਾ ਦੀ ਤਰ੍ਹਾਂ ਬਿਲਕੁਲ ਨਿਰਮਲ ਹੈ, ਉਹਦਾ ਮਨ ਨਿਰਮਲ ਹੈ। ਤੇ ਚੌਥੀ ਗੱਲ ਕੀਤੀ ਹੈ ਸਾਧ ਸੰਗਤ ਜੀ ਅਪ ਤੇਜ ਵਾਏ ਪ੍ਰਿਥਵੀ। ਪ੍ਰਿਥਵੀ ਦਾ ਮਤਲਬ ਹੈ ਧਰਤੀ। ਹੁਣ ਜਦੋਂ ਕੋਈ ਬੰਦਾ ਧਰਤੀ ਨੂੰ ਸਾਧ ਸੰਗਤ ਜੀ ਹਲ ਦੇ ਨਾਲ ਵਾਹੁੰਦਾ ਹੈ ਜਾਂ ਧਰਤੀ ਦੇ ਵਿੱਚ ਖੱਡਾ ਮਾਰਦਾ, ਧਰਤੀ ਕਦਾਚਿਤ ਵੀ ਗੁੱਸਾ ਨਹੀਂ ਕਰਦੀ ਹੈ। ਧਰਤੀ ਨੇ ਕਦੇ ਇਹ ਨਹੀਂ ਆਖਿਆ ਕਿ ਤੂੰ ਕਿਉਂ ਮੇਰੇ ਵਿੱਚ ਖੱਡਾ ਮਾਰਦਾ ਹੈ। ਭਾਵੇਂ ਕੋਈ ਧਰਤੀ ਦੇ ਉੱਪਰ ਸਾਧ ਸੰਗਤ ਜੀ ਕੋਈ ਗੰਦਗੀ ਪਾਵੇ, ਭਾਵੇਂ ਕੋਈ ਧਰਤੀ ਨੂੰ ਪੋਚਾ ਲਗਾਵੇ, ਜਿਵੇਂ ਧਰਤੀ ਇੱਕ ਧੀਰਜ ਕਰਕੇ ਬੈਠਦੀ ਹੈ, ਬ੍ਰਹਮ ਗਿਆਨੀ ਦਾ ਜਿਹੜਾ ਮਨ ਹੈ ਉਹ ਵੀ ਇਸੇ ਤਰ੍ਹਾਂ ਧੀਰਜ ਵਿੱਚ ਟਿਕ ਜਾਂਦਾ ਹੈ। ਤੇ ਪੰਜਵੀਂ ਗੱਲ ਕੀਤੀ ਹੈ ਸਾਧ ਸੰਗਤ ਜੀ ਆਕਾਸ਼ ਦੀ। ਜਿਵੇਂ ਆਕਾਸ਼ ਹੈ ਸਾਧ ਸੰਗਤ ਜੀ ਸਾਰਿਆਂ ਵਾਸਤੇ ਸੁਖਦਾਈ ਹੈ, ਬ੍ਰਹਮ ਗਿਆਨੀ ਵੀ ਇਸੇ ਤਰ੍ਹਾਂ ਹੁੰਦੇ ਨੇ। ਤੇ ਉਹਨਾਂ ਵਾਸਤੇ ਜਿਹੜਾ ਇਹ ਪੰਜ ਸ਼ਬਦ ਵਰਤਿਆ ਗਿਆ ਹੈ, ਇਸੇ ਕਰਕੇ ਸਤਿਗੁਰੂ ਪਾਤਸ਼ਾਹ ਜੀ ਆਖਦੇ ਨੇ ਪੰਜ ਪ੍ਰਵਾਨ। ਤੇ ਜਿਹੜੇ ਇਹੋ ਜਿਹੇ ਗੁਰਮੁਖ ਹੈ ਫਿਰ ਉਹ ਪ੍ਰਵਾਨ ਹੋ ਜਾਂਦੇ ਨੇ। ਪੰਜ ਪ੍ਰਧਾਨ, ਫਿਰ ਇਹੋ ਜਿਹੇ ਗੁਰਮੁਖ ਹੀ ਸਾਧ ਸੰਗਤ ਜੀ ਆਗੂ ਹੁੰਦੇ ਨੇ। ਆਗੂ ਦਾ ਮਤਲਬ ਹੈ ਜਿਹੜੇ ਸਾਰਿਆਂ ਦੀ ਅਗਵਾਈ ਕਰਦੇ ਨੇ। ਦੇਖੋ ਪ੍ਰਧਾਨ ਸ਼ਬਦ ਗੁਰਬਾਣੀ ਦੇ ਵਿੱਚ ਅਕਾਲ ਪੁਰਖ ਵਾਸਤੇ ਵੀ ਵਰਤਿਆ ਗਿਆ ਹੈ, ਤੇ ਜਿਹੜਾ ਪ੍ਰਧਾਨ ਸ਼ਬਦ ਹੈ ਸਾਧ ਸੰਗਤ ਜੀ ਇਹ ਕੂੜ ਵਾਸਤੇ ਵੀ ਵਰਤਿਆ ਗਿਆ। ਜਦੋਂ ਆਪਾਂ ਇਹ ਬਚਨ ਪੜ੍ਹਦੇ ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਰੇ ਪੁਰਖਾਂ ਦੇ ਵਿੱਚੋਂ ਜੇ ਕੋਈ ਪ੍ਰਧਾਨ ਹੈ ਉਹ ਹੈ ਅਕਾਲ ਪੁਰਖ। ਸਾਧ ਸੰਗਤ ਜੀ ਸਗਲ ਪੁਰਖ ਮੈਂ ਪੁਰਖ ਪ੍ਰਧਾਨ। ਤੇ ਜਦੋਂ ਆਪਾਂ ਦੂਸਰੇ ਪ੍ਰਧਾਨ ਦੀ ਉਦਾਹਰਣ ਪੜ੍ਹਦੇ ਹਾਂ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਖਦੇ ਨੇ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਬੇ ਲਾਲੋ,
पाप की जंज लह काबलों धाया, जोरी मंगै दान बिलालो, शर्म धर्म दोए छप खलोए, कूड़ फिरै प्रधान बिलालो। इत्थे कूड़ नूं प्रधान आखिया है ते सतगुरु गुरु पातशाह जी आखदे ने ਜਿਹੜੇ ਇਹ ਪ੍ਰਧਾਨ ਹੈ ਪੰਚ ਪ੍ਰਵਾਨ ਪੰਚ ਪ੍ਰਧਾਨ, ਇਹ ਪ੍ਰਧਾਨ ਉਹ ਹੈ ਜਿਹੜੇ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਪ੍ਰਵਾਨ ਹੁੰਦੇ ਨੇ। ਸਤਿਗੁਰੂ ਪਾਤਸ਼ਾਹ ਜੀ ਆਖਦੇ ਨੇ ਪੰਜ ਪ੍ਰਵਾਨ ਪੰਜ ਪ੍ਰਧਾਨ, ਪੰਚੇ ਪਾਵ ਦਰਗਹਿ ਮਾਨ। ਫਿਰ ਜਿਹੜੇ ਇਹ ਪੰਜ ਗੁਰਮੁਖ ਪਿਆਰੇ ਹੁੰਦੇ ਨੇ ਸਾਧ ਸੰਗਤ ਜੀ, ਇਹ ਪਰਮਾਤਮਾ ਦੀ ਦਰਗਾਹ ਦੇ ਵਿੱਚ ਮਾਣ ਹਾਸਲ ਕਰਦੇ ਨੇ, ਇੱਜ਼ਤ ਹਾਸਲ ਕਰਦੇ ਨੇ। ਅਗਾਂਹ ਆਖਦੇ ਨੇ ਪੰਚੇ ਸੋਹ ਹੈ ਦਰ ਰਾਜਾਨ। ਫਿਰ ਜਿਹੜੇ ਇਹ ਸਾਧ ਸੰਗਤ ਜੀ ਪੰਜ ਹੈ ਭਾਵ ਗੁਰਮੁਖ ਪਿਆਰੇ ਹੈ, ਮਹਾਰਾਜ ਆਖਦੇ ਨੇ ਇਹ ਪਰਮਾਤਮਾ ਦੀ, ਭਾਵੇਂ ਕਿ ਇੱਥੇ ਜਿਹੜਾ ਰਾਜਾਨ ਸ਼ਬਦ ਵਰਤਿਆ ਗਿਆ ਹੈ, ਜਦੋਂ ਆਪਾਂ ਪ੍ਰੋਫੈਸਰ ਸਾਹਿਬ ਸਿੰਘ ਦਾ ਟੀਕਾ ਪੜ੍ਹਦੇ ਹਾਂ ਉਹਦੇ ਵਿੱਚ ਜਿਹੜੇ ਇਹਦੇ ਅਰਥ ਹੈ ਉਹ ਆਖਦੇ ਨੇ ਕਿ ਰਾਜਿਆਂ ਦੇ ਦਰਬਾਰ ਦੇ ਵਿੱਚ ਜਿਹੜੇ ਇਹ ਗੁਰਮੁਖ ਮਾਣ ਹਾਸਲ ਕਰਦੇ ਨੇ। ਸਾਧ ਸੰਗਤ ਜੀ, ਪਰ ਜਦੋਂ ਆਪਾਂ ਗੁਰਬਾਣੀ ਨੂੰ ਪੜ੍ਹਦੇ ਹਾਂ, ਦੇਖੋ ਰਾਜਿਆਂ ਨੇ ਗੁਰਮੁਖਾਂ ਦੇ ਉੱਪਰ ਭਗਤਾਂ ਦੇ ਉੱਪਰ ਹਮੇਸ਼ਾ ਹੀ ਤਸ਼ੱਦਦ ਕੀਤਾ ਹੈ। ਭਗਤ ਕਬੀਰ ਸਾਹਿਬ ਜੀ ਦਾ ਜੀਵਨ ਪੜ੍ਹੋ, ਬਾਬਾ ਨਾਮਦੇਵ ਜੀ ਦਾ ਜੀਵਨ ਪੜ੍ਹੋ, ਤੇ ਸਾਧ ਸੰਗਤ ਜੀ ਜਦੋਂ ਆਪਾਂ ਇਹਨਾਂ ਦੇ ਜੀਵਨ ਪੜ੍ਹਦੇ ਹਾਂ ਅਨੇਕਾਂ ਤਸ਼ੱਦਦ ਹੁੰਦੇ ਨੇ। ਕਦੇ ਕਬੀਰ ਸਾਹਿਬ ਨੂੰ ਬੰਨ੍ਹ ਕੇ ਹਾਥੀ ਦੇ ਅੱਗੇ ਸੁੱਟਿਆ ਜਾਂਦਾ ਹੈ, ਕਦੇ ਕਬੀਰ ਸਾਹਿਬ ਨੂੰ ਸਾਧ ਸੰਗਤ ਜੀ ਜੋ ਗੰਗਾ ਦੇ ਵਿੱਚ ਸੁੱਟਿਆ ਜਾਂਦਾ ਹੈ। ਇਹ ਜਿਹੜੇ ਰਾਜੇ ਲੋਕ ਸਨ, ਇਹਨਾਂ ਨੇ ਭਗਤਾਂ ਦੇ ਉੱਪਰ ਸਾਧ ਸੰਗਤ ਜੀ ਹਮੇਸ਼ਾ ਹੀ ਤਸ਼ੱਦਦ ਕੀਤਾ ਹੈ। ਭਾਵ ਕਿ ਜਿਹੜੇ ਪੰਚ ਹੈ ਕਿਹੜਾ ਰਾਜਾਨ ਹੈ, ਤੇ ਜਦੋਂ ਆਪਾਂ ਜਾਪ ਸ਼ਬਦ ਦੀ ਬਾਣੀ ਪੜ੍ਹਦੇ ਹਾਂ ਉਹਦੇ ਅੰਦਰ ਸਤਿਗੁਰੂ ਗੁਰੂ ਪਾਤਸ਼ਾਹ ਜੀ ਆਖਦੇ ਨੇ ਰਾਜਾਨ ਰਾਜ ਭਾਨਾਨ ਭਾਨ, ਦੇਵਾਨ ਦੇਵ ਉਪਮਾ ਮਹਾਨ। ਜਿਹੜਾ ਰਾਜਿਆਂ ਦਾ ਰਾਜਾ ਹੈ ਭਾਵ ਅਕਾਲ ਪੁਰਖ, ਸਤਿਗੁਰੂ ਪਾਤਸ਼ਾਹ ਜੀ ਆਖਦੇ ਨੇ ਪੰਚੇ ਸੋਹ ਹੈ ਦਰ ਰਾਜਾਨ। ਫਿਰ ਉਸ ਰਾਜ ਦਰਬਾਰ ਦੇ ਵਿੱਚ ਇਹ ਪੰਜ ਇਹ ਗੁਰਮੁਖ ਪਿਆਰੇ ਸੋਂਦੇ ਹਨ, ਸ਼ੋਭਦੇ ਹਨ, ਇੱਜ਼ਤ ਹਾਸਲ ਕਰਦੇ ਨੇ। ਅੱਗੇ ਆਖਦੇ ਨੇ ਪੰਚਾਂ ਕਾ ਗੁਰ ਏਕ ਧਿਆਨ। ਹੁਣ ਮੁੜ ਕੇ ਗੱਲ ਪਾਤਸ਼ਾਹ ਜੀ ਨੇ ਫਿਰ ਇੱਕ ਦੀ ਗੱਲ ਕਰ ਦਿੱਤੀ ਹੈ। ਮਹਾਰਾਜ ਕਹਿੰਦੇ ਉਹੀ ਪੰਜ ਹੈ ਜਿਨ੍ਹਾਂ ਦੀ ਮਨ ਬਿਰਤੀ ਦੇ ਅੰਦਰ ਇੱਕ ਅਕਾਲ ਪੁਰਖ ਪਰਮਾਤਮਾ ਹੀ ਰਹਿੰਦਾ ਹੈ। ਇਹ ਨਹੀਂ ਹੈ ਸਾਧ ਸੰਗਤ ਜੀ ਸਾਡੀ ਬਿਰਤੀ ਅੱਜ ਕਿਤੇ ਕੱਲ ਕਿਤੇ। ਸਾਧ ਸੰਗਤ ਜੀ ਜਿਨ੍ਹਾਂ ਦਾ ਭਰੋਸਾ, ਜਿਨ੍ਹਾਂ ਦਾ ਯਕੀਨ, ਜਿਨ੍ਹਾਂ ਦਾ ਸਾਧ ਸੰਗਤ ਜੀ ਵਿਸ਼ਵਾਸ ਇੱਕ ਅਕਾਲ ਪੁਰਖ ਦੇ ਹੈ, ਮਹਾਰਾਜ ਆਖਦੇ ਨੇ ਉਹ ਫਿਰ ਪ੍ਰਵਾਨ ਹੋ ਜਾਂਦੇ ਨੇ। ਅਗਾਂਹ ਆਖਦੇ ਨੇ ਜੇ ਕੋ ਕਹਿ ਕਰੈ ਵਿਚਾਰ। ਜੇ ਕੋਈ ਇਹਨਾਂ ਨੂੰ ਕਹਿਣ ਦਾ ਯਤਨ ਵੀ ਕਰਦਾ ਹੈ, ਵਿਚਾਰ ਵੀ ਕਰਦਾ ਹੈ, ਪਾਤਸ਼ਾਹ ਜੀ ਆਖਦੇ ਨੇ ਕਰਤੇ ਕਹਿ ਕਰਨੈ ਨਾਹੀ ਸੁਮਾਰ। ਜਿਵੇਂ ਕਹਿੰਦੇ ਕਰਤੇ ਦੀ ਕਰਨੀ ਦਾ ਕੋਈ ਅੰਤ ਨਹੀਂ ਪਾ ਸਕਦਾ। ਕਰਤੇ ਕਹਿ ਕਰਨੈ ਸਾਧ ਸੰਗਤ, ਜਿਵੇਂ ਕਰਤੇ ਕੀ ਕਰਨੇ ਦਾ ਕੋਈ ਅੰਤ ਨਹੀਂ ਪਾ ਸਕਦਾ। ਸੁਮਾਰ ਦਾ ਮਤਲਬ ਹੈ ਸਾਧ ਸੰਗਤ ਜੀ ਜਿਹਦਾ ਕੋਈ ਆਪਾਂ ਪਾਰਲਾ ਵੰਨਾ ਨਾ ਪਾ ਸਕੀਏ, ਜਿਹਦੇ ਗੁਣ ਬਹੁਤੇ ਹੋਣ। ਮਹਾਰਾਜ ਕਹਿੰਦੇ ਜਿਹੜੇ ਗਿਣੇ ਨਹੀਂ ਜਾ ਸਕਦੇ। ਇਸੇ ਤਰ੍ਹਾਂ ਇਹ ਪੰਜ ਗੁਰਮੁਖ ਹੁੰਦੇ ਨੇ। ਅਗਾਂਹ ਦੂਸਰੀ ਵਿਚਾਰ ਪਾਤਸ਼ਾਹ ਜੀ ਆਖਦੇ ਨੇ ਧੌਲ ਧਰਮ ਦਇਆ ਕਾ ਪੂਤ। ਇੱਥੇ ਸਾਧ ਸੰਗਤ ਸ਼ਬਦ ਹੈ ਧੌਲ। ਇੱਕ ਹੈ ਜਦੋਂ ਆਪਾਂ ਨਾ ਪਾਠ ਕਰਦੇ ਹਾਂ, ਜਿਵੇਂ ਸਿਹਾਰੀ ਵਿਹਾਰੀ ਔਂਕੜ ਦੁਲੈਂਕੜ ਹੋੜਾ ਕਨੌੜਾ, ਇਹ ਸ਼ਬਦ ਸਾਡੀ ਜਿਹੜੀ ਸਾਧ ਸੰਗਤ ਜੀ ਵਿਆਕਰਨ ਹੈ ਉਹਦੇ ਵਿੱਚ ਵਰਤੇ ਜਾਂਦੇ ਨੇ। ਤੇ ਜਦੋਂ ਇਹ ਸ਼ਬਦ ਹੈ ਇੱਥੇ ਸਾਧ ਸੰਗਤ ਜੀ ਕਨੌੜਾ ਲੱਗਿਆ ਹੋਇਆ ਹੈ, ਇਹਨੂੰ ਪੜ੍ਹਿਆ ਵੀ ਇਸੇ ਤਰ੍ਹਾਂ ਜਾਣਾ ਧੌਲ। ਧੌਲ ਦਾ ਜਿਹੜਾ ਅਰਥ ਹੈ ਸਾਧ ਸੰਗਤ ਜੀ ਸਤਿਗੁਰੂ ਪਾਤਸ਼ਾਹ ਜੀ ਆਖਦੇ ਨੇ ਧੌਲ ਦਾ ਅਰਥ ਹੈ ਸਾਧ ਸੰਗਤ ਜੀ ਚਿੱਟਾ। ਇੱਥੇ ਵੈਸੇ ਜਿਹੜੀ ਗੱਲ ਕੀਤੀ ਗਈ ਹੈ ਉਹ ਗੱਲ ਕੀਤੀ ਗਈ ਹੈ ਬਲਦ ਦੀ। ਜਿਵੇਂ ਇੱਕ ਵਿਚਾਰ ਮੰਨੀ ਗਈ ਸੀ ਪੁਰਾਤਨ ਸਮੇਂ ਦੇ ਵਿੱਚ, ਆਪਾਂ ਵੀ ਕਈ ਬਜ਼ੁਰਗਾਂ ਦੇ ਕੋਲੋਂ ਇਹ ਗੱਲਾਂ ਸੁਣਦੇ ਸੀ। ਪਹਿਲਾਂ ਮੈਂ ਬੇਨਤੀ ਕੀਤੀ ਹੈ ਕਿ ਜਿਹੜੇ ਸਾਡੇ ਸਿਆਣੇ ਹਨ
ਉਹ ਇਹ ਗੱਲ ਆਖਦੇ ਸੀ ਜਿਹੜੀ ਧਰਤੀ ਹੈ ਉਹ ਇੱਕ ਬਲਦ ਦੇ ਸਿੰਗਾਂ ਦੇ ਉੱਪਰ ਖੜੀ ਹੈ। ਇਹ ਪੁਰਾਣੀਆਂ ਗੱਲਾਂ ਸਾਧ ਸੰਗਤ ਜੀ ਜਿਹੜੇ ਬਜ਼ੁਰਗ ਸਨ ਉਹ ਇਹੋ ਜਿਹੀਆਂ ਦੱਸਦੇ ਸਨ, ਕਿਉਂਕਿ ਜਿਹੜੇ ਵਿਪਰ ਰੀਤ ਹੈ ਸਾਧ ਸੰਗਤ ਜੀ, ਜਿਹੜੇ ਵਿਪਰ ਲੋਕ ਹੋਏ ਨੇ ਇਹਨਾਂ ਨੇ ਇਹ ਸਾਰੀਆਂ ਗੱਲਾਂ, ਇਹ ਜਿਹੜੀਆਂ ਸਾਖੀਆਂ ਸਨ ਮਨ ਘੜਤ, ਉਹ ਸੁਣਾ ਕੇ ਸਾਡੇ ਲੋਕਾਂ ਦੇ ਹਿਰਦਿਆਂ ਤੱਕ ਵਸਾ ਦਿੱਤੀਆਂ ਤੇ ਸਾਡੇ ਲੋਕ ਵੀ ਅਗਾਂਹ ਇਹੋ ਜਿਹਾ ਪ੍ਰਚਾਰ ਕਰਦੇ ਸਨ। ਤੇ ਸਤਿਗੁਰੂ ਗੁਰੂ ਪਾਤਸ਼ਾਹ ਜੀ ਆਖਦੇ ਨੇ ਧੌਲ ਧਰਮ ਦਇਆ ਕਾ ਪੂਤ। ਜਿਹੜਾ ਧਰਮ ਹੈ ਸਾਧ ਸੰਗਤ ਜੀ ਉਹ ਦਇਆ ਦਾ ਪੁੱਤਰ ਹੈ। ਹੁਣ ਥੋੜਾ ਜਿਹਾ ਇੱਥੇ ਸਮਝ ਸਕੀਏ, ਮੰਨ ਲਓ ਆਪਾਂ ਧਰਮੀ ਹੋਈਏ, ਧਰਮੀ ਹੋਣ ਦਾ ਮਤਲਬ ਆਪਾਂ ਸਿਰ ਦੇ ਉੱਪਰ ਦਸਤਾਰ ਬੰਨ੍ਹ ਲਈ ਤੇ ਸਾਧ ਸੰਗਤ ਜੀ ਸਰੀਰ ਦੇ ਉੱਪਰ ਕਿਰਪਾਨ ਵੀ ਪਾ ਲਈ, ਗਾਤਰਾ ਪਾ ਲਿਆ, ਆਪਾਂ 5 ਕਕਾਰ ਜਿਹੜੇ ਉਹ ਸਜਾ ਲਏ। ਤੇ ਜੇ ਸਾਡੇ ਅੰਦਰ ਦਇਆ ਹੈ ਨਹੀਂ, ਮਹਾਰਾਜ ਕਹਿੰਦੇ ਤੇਰੇ ਅੰਦਰ ਧਰਮ ਨਹੀਂ ਪੈਦਾ ਹੋ ਸਕਦਾ। ਤੇਰੇ ਅੰਦਰ ਧਰਮ ਉਦੋਂ ਹੀ ਪੈਦਾ ਹੋਣਾ ਜਦੋਂ ਤੇਰੇ ਅੰਦਰ ਦਇਆ ਆ ਜਾਵੇ। ਦਇਆ ਦਾ ਪੁੱਤਰ ਹੈ ਧਰਮ। ਸਭ ਤੋਂ ਪਹਿਲਾਂ ਤੇਰੇ ਅੰਦਰ ਦਇਆ ਆਏਗੀ, ਦਇਆ ਤੋਂ ਬਾਅਦ ਤੂੰ ਧਰਮੀ ਬਣ ਸਕਦਾ ਹੈ। ਤੇ ਜੇ ਤੇਰੇ ਅੰਦਰ ਦਇਆ ਨਹੀਂ ਹੈ, ਹੁਣ ਆਪਾਂ ਸਾਧ ਸੰਗਤ ਜੀ ਪਹਿਰਾਵਾ ਪਹਿਨਿਆ ਹੋਵੇ, ਸਾਡੇ ਅੱਗੇ ਕੋਈ ਇਹੋ ਜਿਹੀ ਘਟਨਾ ਘਟ ਜਾਵੇ, ਕਿਸੇ ਦੇ ਸੱਟ ਚੋਟ ਲੱਗ ਜਾਵੇ, ਤੇ ਜੇ ਹੁਣ ਸਾਡੇ ਅੰਦਰ ਦਇਆ ਨਾ ਹੋਈ, ਆਪਾਂ ਉੱਥੇ ਖੜ ਕੇ ਤਮਾਸ਼ਬੀਨਾ ਵਕਤ ਤਮਾਸ਼ਾ ਦੇਖੀਏ ਤੇ ਲੋਕ ਆਖਣਗੇ ਕਿਹੋ ਜਿਹਾ ਬੰਦਾ ਹੈ, ਇਹਨੇ ਮਾੜਾ ਮੋਟਾ ਵੀ ਕੋਈ ਹੈਲਪ ਨਹੀਂ ਕੀਤੀ, ਕੋਈ ਜ਼ਰੂਰਤਮੰਦ ਨੂੰ ਸਾਧ ਸੰਗਤ ਜੀ ਦੇਖਿਆ ਨਹੀਂ ਹੈ। ਤੇ ਫਿਰ ਲੋਕ ਇਹ ਵੀ ਗੱਲ ਆਖਦੇ ਨੇ, ਕਹਿੰਦੇ ਇਹੋ ਜਿਹੇ ਬੰਦਿਆਂ ਦੀ ਕੀ ਲੋੜ ਹੈ। ਮੇਰੀ ਕਹਿਣ ਤੋਂ ਮੁਰਾਦ ਜੇ ਸਾਡੇ ਅੰਦਰ ਦਇਆ ਨਹੀਂ ਹੈ, ਫਿਰ ਸਾਧ ਸੰਗਤ ਜੀ ਆਪਾਂ ਧਰਮੀ ਵੀ ਨਹੀਂ ਹੋ ਸਕਦੇ। ਦਇਆ ਤੋਂ ਬਾਅਦ ਹੀ ਧਰਮੀ ਬਣਦਾ। ਪਾਤਸ਼ਾਹ ਜੀ ਆਖਦੇ ਨੇ ਧਰਮ ਜਿਹੜਾ ਦਇਆ ਦਾ ਪੁੱਤਰ ਹੈ, ਧੌਲ ਧਰਮ ਦਇਆ ਕਾ ਪੂਤ। ਫਿਰ ਇਹਦੇ ਵਿੱਚੋਂ ਕੀ ਨਿਕਲਦਾ, ਧਰਮ ਦੇ ਵਿੱਚੋਂ ਕੀ ਨਿਕਲਦਾ ਹੈ? ਮਹਾਰਾਜ ਕਹਿੰਦੇ ਸੰਤੋਖ ਥਾਪ। ਦਇਆ ਦੇ ਵਿੱਚੋਂ ਧਰਮ ਨਿਕਲਿਆ, ਧਰਮ ਦੇ ਵਿੱਚੋਂ ਸੰਤੋਖ ਨਿਕਲਿਆ, ਤੇ ਸੰਤੋਖ ਨੇ ਕੀ ਕੀਤਾ? ਸੰਤੋਖ ਥਾਪ ਰੱਖਿਆ ਜਿਨ ਸੂਤ। ਜੇ ਮਹਾਰਾਜ ਕਹਿੰਦੇ ਸੂਤਰ ਲਾ ਕੇ ਬਿਲਕੁਲ ਕੋਈ ਚੀਜ਼ ਸਿੱਧੀ ਕੀਤੀ ਜਾਂਦੀ ਹੈ ਨਾ, ਤੇ ਜਦੋਂ ਧਰਮ ਤੋਂ ਬਾਅਦ ਬੰਦੇ ਦੇ ਅੰਦਰ ਸੰਤੋਖ ਆ ਜਾਂਦਾ ਹੈ, ਇਸੇ ਤਰ੍ਹਾਂ ਬੰਦੇ ਦੀ ਜਿਹੜੇ ਜੀਵਨ ਹੈ ਉਹ ਬਿਲਕੁਲ ਇਕਸਾਰ ਸਿੱਧਾ ਹੋ ਜਾਂਦਾ ਹੈ। ਅਗਾਂਹ ਪਾਤਸ਼ਾਹ ਜੀ ਆਖਦੇ ਨੇ ਜੇ ਕੋ ਬੁੱਝੈ ਹੋਵੇ ਸਚਿਆਰ। ਫਿਰ ਜਿਹੜਾ ਇਸ ਧਰਮ ਨੂੰ, ਇਸ ਦਇਆ ਨੂੰ, ਸੰਤੋਖ ਨੂੰ ਬੁੱਝ ਲਵੇ, ਇਸ ਵਿਚਾਰ ਨੂੰ ਸਮਝ ਲਵੇ, ਮਹਾਰਾਜ ਕਹਿੰਦੇ ਹੋਵੇ ਸਚਿਆਰ, ਫਿਰ ਉਹ ਸਚਿਆਰ ਹੈ, ਫਿਰ ਉਹ ਗੁਰਮੁਖ ਪਿਆਰਾ ਹੈ। ਅਗਾਂਹ ਆਖਦੇ ਨੇ ਧਵਲੇ ਉੱਪਰ ਕੀਤਾ ਭਾਰ। ਹੁਣ ਜਿਹੜੀ ਵਿਚਾਰ ਪਹਿਲਾਂ ਸ਼ੁਰੂ ਹੋਈ ਸੀ ਕਿ ਧਰਤੀ ਜਿਹੜੀ ਬਲਦ ਦੇ ਸਿੰਘਾਂ ਦੇ ਉੱਪਰ ਉਹਨੇ ਟਿਕਾਈ ਹੋਈ ਹੈ, ਸਾਧ ਸੰਗਤ ਜੀ ਇਹ ਵੀ ਗੱਲ ਮੰਨੀ ਗਈ ਹੈ ਕਿ ਜਿਸ ਵਕਤ ਸਤਿਯੁਗ ਸੀ, ਉਸ ਵਕਤ ਜਿਹੜਾ ਬਲਦ ਉਹ ਸਾਧ ਸੰਗਤ ਜੀ ਆਪਣੇ ਚਾਰੇ ਪੈਰਾਂ ਦੇ ਉੱਪਰ ਖੜਾ ਸੀ, ਧਰਤੀ ਉਹਨੇ ਆਪਣੇ ਸਿੰਘਾਂ ਦੇ ਉੱਪਰ ਟਿਕਾਈ ਹੋਈ ਸੀ। ਬਾਅਦ ਵਿੱਚ ਇਹ ਵਿਚਾਰ ਮੰਨੀ ਗਈ ਕਿ ਜਿਸ ਵਕਤ ਤ੍ਰੇਤਾ ਆਇਆ ਉਹਨੇ ਆਪਣਾ ਇੱਕ ਪੈਰ ਚੁੱਕ ਲਿਆ, ਜਦੋਂ ਦੁਆਪੁਰ ਆਇਆ ਦੂਸਰਾ ਪੈਰ ਚੁੱਕਿਆ, ਜਦੋਂ ਕਲਯੁਗ ਆਇਆ ਉਹਨੇ ਤੀਸਰਾ ਪੈਰ ਚੁੱਕ ਲਿਆ। ਤੇ ਅੱਜ ਜਿਹੜੇ ਲੋਕ ਸਾਧ ਸੰਗਤ ਜੀ ਇਹੋ ਜਿਹੇ ਵਿਚਾਰਾਂ ਨੂੰ ਮੰਨਦੇ ਨੇ, ਉਹ ਇਹ ਗੱਲ ਆਖਦੇ ਨੇ ਕਿ ਇਸ ਵਕਤ ਜਿਹੜਾ ਉਹ ਬਲਦ ਇੱਕ ਪੈਰ ਪਰ ਖੜਾ ਹੈ, ਤੇ ਜੇ ਨਾ ਮਾੜਾ ਮੋਟਾ ਕਿਤੇ ਧਰਤੀ ਹਿਲ ਜਾਵੇ, ਤੇ ਕਈ ਇਹ ਗੱਲ ਆਖਦੇ ਨੇ ਕਿ ਹੁਣ ਜਿਹੜਾ ਬਲਦ ਹੈ ਉਹਨੇ ਧਰਤੀ ਨੂੰ ਆਪਣੇ ਸਿੰਘ ਤੋਂ ਦੂਸਰੇ ਪਾਸੇ ਵਜਨ ਰੱਖਿਆ। ਇਹੋ ਜਿਹੇ ਵਿਚਾਰਾਂ ਮਨ ਘੜਤ ਕਹਾਣੀਆਂ ਮੰਨੀਆਂ ਗਈਆਂ ਨੇ, ਪਰ ਸਤਿਗੁਰੂ ਗੁਰੂ ਪਾਤਸ਼ਾਹ ਜੀ ਨੇ ਇਹਨਾਂ ਕਹਾਣੀਆਂ ਦਾ ਜਿਹੜਾ ਸਾਧ ਸੰਗਤ ਜੀ ਸਾਡੇ ਅੱਗੇ ਖੁਲਾਸਾ ਕੀਤਾ ਹੈ, ਨਿਖਾਰ ਕੀਤਾ ਹੈ। ਪਾਤਸ਼ਾਹ ਆਖਦੇ ਨੇ ਧਵਲੇ ਉੱਪਰ ਕੀਤਾ ਭਾਰ। ਜਦੋਂ ਇਹਨਾਂ ਪੰਡਤਾਂ ਨੂੰ ਪੁੱਛਿਆ ਨਾ, ਜਿਹੜੇ ਇਹ ਗੱਲ ਆਖਦੇ ਸੀ, ਮਹਾਰਾਜ ਕਹਿੰਦੇ ਬਲਦ ਕਿੰਨਾ ਕੁ ਭਾਰ ਚੁੱਕ ਲਵੇਗਾ? ਧਰਤੀ ਦੇ ਉੱਪਰ ਕਿੰਨੇ ਸਮੁੰਦਰ ਹੈ, ਧਰਤੀ ਦੇ ਉੱਪਰ ਕਿੰਨੀ ਵਨਸਪਤੀ ਖੜੀ ਹੈ, ਕਿੰਨਾ ਧਰਤੀ ਦਾ ਭਾਰ ਹੈ, ਕਿੰਨਾ ਕੁ ਵਜਨ ਚੁੱਕ ਲਵੇਗਾ? ਤੇ ਜੇ ਕੋਈ ਬੰਦਾ ਇਹ ਗੱਲ ਆਖੇ ਕਿ ਨਹੀਂ ਉਹਦੇ ਅੰਦਰ ਕਰਾਮਾਤ ਹੈ, ਤਾਕਤ ਹੈ, ਚੁੱਕ ਵੀ ਸਕਦਾ ਹੈ, ਫਿਰ ਸਾਧ ਸੰਗਤ ਜੀ ਪਾਤਸ਼ਾਹ ਆਖਣ ਲੱਗੇ ਧਰਤੀ ਹੋਰ ਪਰੈ ਹੋਰ ਹੋਰ। ਮਹਾਰਾਜ ਕਹਿੰਦੇ ਧਰਤੀਆਂ ਤਾਂ ਬਹੁਤ ਹੈ,
ਜਿਹੜਾ ਹੁਣ ਵਲਦ ਹੈ, ਜੇ ਇਹਨੇ ਆਪਣੇ ਸਿੰਘਾਂ ਦੇ ਉੱਪਰ ਧਰਤੀ ਨੂੰ ਚੁੱਕਿਆ ਤੇ ਵਲਦ ਕਿੱਥੇ ਖੜਾ ਹੈ? ਤੇ ਫਿਰ ਉਹ ਆਖਦੇ ਨੇ ਕਿ ਥੱਲੇ ਹੋਰ ਧਰਤੀ ਹੈ। ਫਿਰ ਉਹ ਧਰਤੀ ਕਿਹਨੇ ਚੁੱਕੀ ਹੈ? ਥੱਲੇ ਹੋਰ ਧਰਤੀ ਹੈ। ਪਾਤਸ਼ਾਹ ਜੀ ਆਖਣ ਲੱਗੇ ਧਰਤੀ ਹੋਰ, ਪਰੈ ਹੋਰ ਹੋਰ। ਫਿਰ ਇੱਥੇ ਗੱਲ ਕਰ ਦਿੱਤੀ, ਤਿਸ ਤੇ ਭਾਰ ਤਲੈ ਕਵਣ ਜੋਰ। ਮਹਾਰਾਜ ਕਹਿੰਦੇ ਇਦਾਂ ਨਹੀਂ ਹੈ, ਜਿਹੜੀ ਅਖੀਰ ਵਾਲੀ ਧਰਤੀ ਹੈ ਉਹ ਦੱਸ ਤੂੰ ਕਿੱਦਾਂ ਖੜੀ ਹੈ, ਉਹ ਧਰਤੀ ਦੱਸ ਤੂੰ ਕਿਵੇਂ ਟਿਕੀ ਹੋਈ ਹੈ। ਤਿਸ ਤੇ ਭਾਰ ਤਲੈ ਕਵਣ ਜੋਰ। ਸਤਿਗੁਰੂ ਗੁਰੂ ਪਾਤਸ਼ਾਹ ਜੀ ਆਖਣ ਲੱਗੇ, ਫਿਰ ਉਹ ਆਖਦੇ ਨੇ ਕਿ ਸਿਰਫ ਉਹ ਪਰਮਾਤਮਾ ਦੇ ਜ਼ੋਰ ਦੇ ਅੰਦਰ, ਪਰਮਾਤਮਾ ਦੀ ਰਜ਼ਾ ਦੇ ਅੰਦਰ। ਮਹਾਰਾਜ ਕਹਿੰਦੇ ਪਹਿਲਾਂ ਹੀ ਇਹ ਗੱਲ ਆਖ ਦਿੰਦਾ, ਨਾ ਹੀ ਗੱਲ ਹੁੰਦੀ ਵਲਦ ਦੀ। ਸਤਿਗੁਰੂ ਗੁਰੂ ਪਾਤਸ਼ਾਹ ਜੀ ਦਾ ਇਸ ਵਿਚਾਰ ਦੇ ਵਿੱਚ ਸਾਨੂੰ ਇਹ ਸਪਸ਼ਟ ਹੋਣਾ ਚਾਹੀਦਾ ਹੈ ਕਿ ਜਿਹੜੀ ਧਰਤੀ ਹੈ ਸਾਧ ਸੰਗਤ ਜੀ, ਉਹ ਧਰਮ ਦੇ ਸਹਾਰੇ, ਜਿਹੜੀ ਧਰਤੀ ਹੈ ਉਹ ਦਇਆ ਦੇ ਸਹਾਰੇ, ਜਿਹੜੀ ਧਰਤੀ ਹੈ ਸਾਧ ਸੰਗਤ ਜੀ ਉਹ ਨਾਮ ਦੇ ਸਹਾਰੇ ਖੜੀ ਹੈ। ਜੇ ਅੱਜ ਸਾਧ ਸੰਗਤ ਜੀ ਇਸ ਧਰਤੀ ਦੇ ਉੱਪਰ ਗੁਰਮੁਖ ਨਾਮ ਜਪਦੇ ਨੇ, ਬੰਦਗੀ ਕਰਦੇ ਨੇ, ਆ ਜਿਹੜੀ ਵਿਚਾਰ ਹੋ ਰਹੀ ਨਾਮ ਜਪ ਰਿਹਾ ਨਾ, ਯਾਦ ਰੱਖਿਓ ਇਸ ਨਾਮ ਦਾ ਸਹਾਰਾ ਹੈ ਧਰਤੀ ਨੂੰ, ਇਸ ਨਾਮ ਦਾ ਸਹਾਰਾ। ਇਸੇ ਕਰਕੇ ਭਾਈ ਗੁਰਦਾਸ ਜੀ ਆਖਦੇ ਨੇ, ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ। ਜਦੋਂ ਧਰਤੀ ਨੇ ਸਾਧ ਸੰਗਤ ਜੀ ਕਲਮਲ ਹੋਈ, ਮੇਦਨੀ ਜਿਹੜੀ ਮੇਦਨੀ ਸੀ, ਜਦੋਂ ਉਹਨੇ ਪੁਕਾਰ ਕੀਤੀ, ਮੇਦਨੀ ਤੋਂ ਭਾਵ ਜਦੋਂ ਲੋਕ ਸਾਧ ਸੰਗਤ ਜੀ ਇੰਨੇ ਕੁ ਦੁਖੀ ਹੋ ਗਏ, ਧਰਮੀ ਲੋਕ ਜਦੋਂ ਤਸ਼ੱਦਦ ਕਰਨ ਲੱਗ ਪਏ, ਫਿਰ ਪੁਕਾਰ ਕੀਤੀ, ਫਿਰ ਧਰਮ ਨੂੰ ਥੱਲੇ ਆਣੇ ਪਿਆ, ਭਾਵ ਪਰਮਾਤਮਾ ਨੂੰ ਖੁਦ ਆਣੇ ਪਿਆ। ਜਿਹੜੀ ਆ ਧਰਤੀ ਅੱਜ ਖੜੀ ਹੋਈ ਹੈ, ਇਹ ਨਾਮ ਦੇ ਸਦਕਾ, ਸਾਧੂ ਜਨਾਂ ਦੇ, ਗੁਰਮੁਖਾਂ ਦੇ ਸਦਕਾ ਹੀ ਖੜੀ ਹੋਈ ਹੈ। ਪਾਤਸ਼ਾਹ ਜੀ ਆਖਣ ਲੱਗੇ, ਜੀ ਜਾਤ ਰੰਗਾ ਕੇ ਨਾਵ। ਇਸ ਧਰਤੀ ਦੇ ਉੱਪਰ ਪਤਾ ਨਹੀਂ ਕਿੰਨੇ ਕੁ ਤਰ੍ਹਾਂ ਦੇ ਜੀਵ ਹੈ, ਕੋਈ ਗਿਣਤੀ ਕਰ ਸਕਦਾ ਜੀ? ਜੀ ਜਾਤ, ਮਹਾਰਾਜ ਕਹਿੰਦੇ ਪਤਾ ਨਹੀਂ ਕਿੰਨੀਆਂ ਕੁ ਕਿਸਮਾਂ ਦੇ ਹੈ। ਜੀ ਜਾਤ ਰੰਗਾ ਕੇ ਨਾਵ, ਪਤਾ ਨਹੀਂ ਕਿੰਨੀਆਂ ਕੁ ਕਿਸਮਾਂ ਦੇ ਹੈ ਤੇ ਕਿੰਨੀਆਂ ਕੁ ਨਾਵਾਂ ਦੇ ਇਸ ਧਰਤੀ ਦੇ ਉੱਪਰ ਜੀਵ ਰਹਿੰਦੇ ਹਨ। ਪਰ ਸਭਨਾ ਲਿਖਿਆ ਬੁੜੀ ਕਲਾਮ। ਸਾਰਿਆਂ ਦੇ ਉੱਪਰ ਉਸ ਪਰਮਾਤਮਾ ਦੀ ਇੱਕ ਸਾਰ ਸੰਗਤ ਜੀ ਕਲਮ ਦੇ ਨਾਲ ਲਿਖਿਆ ਹੋਇਆ ਹੈ। ਇਹੋ ਲੇਖਾ ਲਿਖ ਜਾਣੈ ਕੋਏ। ਸਤਿਗੁਰੂ ਗੁਰੂ ਪਾਤਸ਼ਾਹ ਜੀ ਆਖਦੇ ਨੇ, ਇਹੋ ਲੇਖਾ ਲਿਖ ਜਾਣੈ ਕੋਏ। ਇਸ ਲੇਖੇ ਨੂੰ ਕੋਈ ਨਹੀਂ ਜਾਣ ਸਕਦਾ। ਜੇ ਕੋਈ ਲਿਖ ਵੀ ਲਵੇ, ਮਾਰੇ ਕਹਿੰਦੇ ਕੋਈ ਬਿਆਨ ਨਹੀਂ ਕਰ ਸਕਦਾ। ਭਾਵ ਕਿ ਜੇ ਕੋਈ ਬੰਦਾ ਯਤਨ ਕਰੇ ਕਿ ਇੰਨੀਆਂ ਕੁ ਕਿਸਮਾਂ ਦੇ ਸਾਧ ਸੰਗਤ ਜੀ ਇੱਥੇ ਸੱਪ ਰਹਿੰਦੇ ਨੇ, ਇੰਨੀਆਂ ਕਿਸਮਾਂ ਦੇ ਆ ਫਲਾਣੇ ਜੀਵ ਜੰਤੂ ਹੈ, ਮਾਰੇ ਕਹਿੰਦੇ ਕਿੰਨਾ ਕੁ ਲਿਖ ਲਵੇਗਾ, ਕਿੰਨਾ ਕੁ ਉਹ ਵਿਚਾਰ ਕਰ ਲਵੇਗਾ। ਉਸ ਪਰਮਾਤਮਾ ਦੀ ਲਿਖਤ ਨੂੰ ਲਿਖਿਆ ਜਾ ਸਕਦਾ, ਪਰ ਕਥਨ ਨਹੀਂ ਸਾਧ ਸੰਗਤ ਜੀ, ਇਹ ਕਹਿ ਦਈਏ ਅੰਤ ਨਹੀਂ ਪਾਇਆ ਜਾ ਸਕਦਾ। ਪਾਤਸ਼ਾਹ ਜੀ ਆਖਦੇ ਨੇ, ਕੇਤਾ ਤਾਣ ਸਵਲਿਓ ਰੂਪ। ਫਿਰ ਉਸ ਪਰਮਾਤਮਾ ਦਾ ਜਿਹੜਾ ਤਾਣ ਹੈ, ਤਾਣ ਦਾ ਮਤਲਬ ਹੈ ਬਲ, ਸਵਾਲਿਓ ਦਾ ਮਤਲਬ ਹੈ ਸੋਹਣਾ। ਜਦੋਂ ਤੁਸੀਂ ਪਾਠ ਕਰੋਗੇ ਨਾ, ਜਿਹੜਾ ਸਵਾਲਿਓ, ਇੱਥੇ ਸਾਧ ਸੰਗਤ ਜੀ ਇੱਕੋ ਵਾਰੀ ਇਹ ਪਾਠ ਆਇਆ, ਜਪਜੀ ਸਾਹਿਬ ਦੇ ਅੰਦਰ ਹੀ ਹੈ। ਬਾਕੀ ਸਾਰੇ ਜਿਹੜਾ ਪਾਠ ਹੈ ਤੁਹਾਨੂੰ ਸਵਾਲਿਓ ਮਿਲਣਾ, ਆਖਰ ਵਿੱਚ ਊੜਾ ਲੱਗਿਆ, ਇੱਥੇ ਹਾਹਾ ਲੱਗਿਆ ਯਾਰ, ਇੰਨਾ ਕੁ ਫਰਕ ਹੈ। ਸਤਿਗੁਰੂ ਪਾਤਸ਼ਾਹ ਜੀ ਆਖਦੇ ਨੇ, ਉਹ ਪਰਮਾਤਮਾ ਦਾ ਤਾਣ ਬੜਾ ਉੱਚਾ ਹੈ, ਬਲ ਹੈ, ਤੇ ਜਿਹੜਾ ਰੂਪ ਬੜਾ ਸੁੰਦਰ ਹੈ। ਕੀਤੀ ਦਾਤ ਜਾਣੈ ਕੌਣ ਕੂਤ। ਕੌਣ ਹੈ ਜਿਹੜਾ ਉਹਦੀ ਦਾਤ ਨੂੰ ਸਾਧ ਸੰਗਤ ਜਾਣ ਸਕੇ ਤੇ ਉਹਦਾ ਅੰਤ ਪਾ ਸਕੇ। ਕੀਤਾ ਪਸਾਓ, ਮਹਾਰਾਜ ਕਹਿੰਦੇ ਉਹ ਪਰਮਾਤਮਾ ਅਕਾਲ ਪੁਰਖ ਤਾਂ ਇਹੋ ਜਿਹਾ ਕੀਤਾ ਪਸਾਓ। ਜਦੋਂ ਇਹ ਪਸਾਰਾ ਕੀਤਾ ਨਾ, ਧਰਤੀ ਬਣਾਈ, ਹੋਰ ਸਭ ਕੁਝ ਬਣਾਇਆ, ਮਹਾਰਾਜ ਕਹਿੰਦੇ ਕਿਵੇਂ? ਇੱਕੋ ਕਵਾਓ, ਇੱਕ ਬੋਲ ਬੋਲਿਆ, ਇੱਕ ਬੋਲ ਦੇ ਵਿੱਚੋਂ ਇਹ ਸਾਰਾ ਪਸਾਰਾ ਸਾਧ ਸੰਗਤ ਜੀ ਬਣ ਗਿਆ। ਪਾਤਸ਼ਾਹ ਜੀ ਆਖਣ ਲੱਗੇ, ਤਿਸ ਤੇ ਹੋਏ ਲੱਖ ਦਰਿਆਓ। ਮਹਾਰਾਜ ਕਹਿੰਦੇ ਲੱਖਾਂ ਹੀ ਜਿਹੜੀ ਦਰਿਆ ਸੀ ਇਹ ਪੈਦਾ ਹੋ ਗਏ ਉਸ ਪਰਮਾਤਮਾ ਦੇ ਇੱਕ ਕਵਾਓ ਦੇ ਨਾਲ। ਫਿਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਖਣ ਲੱਗੇ, ਕੁਦਰਤ ਕਵਣ ਕਹਾ ਵਿਚਾਰ। ਮਾਲਕ ਜੀ ਮੈਂ ਤੇਰੇ ਕੁਦਰਤ ਦੀ ਕੀ ਵਿਚਾਰ ਕਰ ਸਕਦਾ ਆ, ਕਿੰਨੀ ਕੁ ਵਿਚਾਰ ਕਰ ਸਕਦੇ ਆਪਾਂ। ਵਾਰਿਆ ਨਾ ਜਾਵਾ ਏਕ ਵਾਰ। ਮੈਂ ਤੇਰੇ ਤੋਂ ਇੱਕ ਵਾਰ ਵੀ ਮੈਂ ਵਾਰਨੇ ਨਹੀਂ ਜਾ ਸਕਦਾ। ਭਾਵ ਕਿ ਤੂੰ ਬੇਅੰਤ ਹੈ, ਤੂੰ ਬਹੁਤ ਉੱਚਾ ਹੈ, ਮੇਰੀ ਅੰਦਰ ਇਹ ਸਮਰੱਥਾ ਨਹੀਂ।
देखो गुरु नानक साहब सच्चे पातशाह की निर्माणता आ साडे वर्गे किते दो गल्लां चंगियां कर लग पैण ना अपने आप नूं ब्रह्म ज्ञानी समझण लग पैंदे। सार संगत जी गुरु साहब सच्चे पातशाह ने सारी विचार करके भी एको गल आखी, दाता जी अकाल पुरख जीओ वारिया ना जावा एक वार, मैं तुहाडे तो एक वार भी बलिहार नहीं जा सकदा, तुसीं बहुत उच्चे हो। अगा आखदे ने जो तुद भावै साई भली कार, मालक जी जो थानू चंगा लगदा है, जो भला है उही तुहाडी कार चलदी है। तू सदा सलामत निरंकार, ऐ निरंकार अकाल पुरख वाहिगुरु जीओ तू सदा सलामत रहन वाला है, तू कदाचित भी खत्म नहीं हो सकदा। हुण अगलेरी पौड़ी साध संगत जी पातशाह जी आखदे ने असंख जप असंख भाओ, इस धरती के उपर असंख, असंख का मतलब है बहुत, जिन्हां दी गिणती नहीं की जा सकती। असंख जप महाराज कहते असंख लोग है जिहड़े जप करते हैं, असंख भाओ जिहड़े परमात्मा नूं प्यार करते हैं, असंख पूजा, असंख पूजा करने वाले ने, असंख तप ताओ। पातशाह जी आखते हैं जिहड़े तप करते हैं, असंख ग्रंथ मुख वेद पाठ, जेड़े सार संगत जी असंख बहुत ज़्यादा भाव के अणगिणत जिन्हां दी गिणती नहीं की जा सकती, वो ग्रंथ पढ़ते ने, वेद पढ़ते ने, पाठ करते ने। असंख जोग मन रहे उदास, ते असंखा ही इहो जे लोग है जेड़े सार संगत जोग मत विच जाके उदास रहिंदे ने, भाव के अपने आप नूं नवेकला रखते ने। असंख भगत गुण ज्ञान विचार, असंखा ही भगत है जेड़े परमात्मा दे गुणां दी ज्ञान दी विचार करते ने। असंख सती असंख दातार, असंख ही पातशाह जी आखदे ने, इत्थे सती का मतलब है साध संगत जी दान देण वाले। सतगुरु गुरु पातशाह जी आखदे ने असंख सती असंख दातार, अनेकां ही साध संगत जी इत्थे दाते हन ते अनेकां ही लैण वाले है। असंख सूरमह पख सार, पातशाह जी आखण लगे इहो जे सूरमे भी है। सूर का मतलब है सूरमा, मोह का मतलब है मूँह, पख का मतलब है साध संगत जी अपने उपर फट खाना। महाराज कहते इहो जे सूरम है जिहड़े लोहे के फट भी अपने उपर खा लेंदे ने, सहार लेंदे ने। असंख मौन लिव लाए तार, असंख ही मोनी है जिहड़े साध संगत जी मौन धर के बैठे हुए ने। कुदरत कवन कहा विचार, पातशाह ने फिर गल आखी, मालक जी तेरी कुदरत दी मैं की विचार कर सकदा, इन्हां दी की विचार कर सकदा है। वारिया ना जावा एक वार, जो तुद भावै साई भली कार, तू सदा सलामत निरंकार। मालक जी जो थानू चंगा लगदा है उही तुहाडी कार चलदी है, ते तू हमेशा ही रहण वाला है। जिथे हुण पहले ये पौड़ी दे विच ना 18वीं पौड़ी दे विच जप तप दी, दातार दी, दाते दी गल कीती है, ते साध संगत जी हुण 19वीं पौड़ी दे विच ना वाहिगुरु जी जिहड़ी ये पौड़ी है 18वीं पौड़ी दे विच पातशाह जी आखदे ने असंख मूरख अंध घोर। इस दुनिया दे विच इस धरती दे उपर महाराज कहंदे असंख बहुत ज़्यादा क्या चीज़ जी मूर्ख, महाराज कहते बड़े मूर्ख है। इस धरती के उपर बहुत ज़्यादा मूर्ख है, गिणती नहीं की जा सकती। अंध घोर, अंध घोर का मतलब है जेड़े साध संगत जी अंध विश्वासी दे विच चलदे ने, जेड़े बिल्कुल घोर घुप हनेरे दे विच चलदे ने। जेड़ा हनेरे दे विच तुरदा होवे साध संगत जी हमेशा खुआर हुंदा है ते चोटां लगदियां है। जां तां हनेरे दे विच एक्सीडेंट होवेगा ते जां हनेरे दे विच साध संगत जी मंजिल ते नहीं पहुँच सकदा, खुआर होवेगा। पातशाह जी आखदे ने इसे तरह दातार जी इस दुनिया दे विच असंख बहुत ज़्यादा बेअंत लोग इहो जिहे है जेड़े मूर्ख है ते हनेरे दे विच तुरदे ने, अंध विश्वासी विच अपना जीवन गुजार दिंदे ने। असंख चोर हराम खोर, असंखा ही चोर है ते असंख लोग इहो जे जिहड़े हराम खोर, हराम भाव के पराया धन साध संगत जी खांदे ने। हुण किड्डी वड्डी विचार है, महाराज कहंदे कोई गिणती थोड़े है, पता नहीं किन्ने क साध संगत जी लोग इहो जे है
ਜਿਹੜੇ ਲੋਕਾਂ ਦੇ ਨਾਲ ਧੋਖਾ ਕਰਕੇ, ਦਗਾ ਕਰਕੇ, ਫਰੇਬ ਕਰਕੇ ਸਾਧ ਸੰਗਤ ਜੀ ਉਹਨਾਂ ਦਾ ਜਿਹੜਾ ਧਨ ਹੈ ਉਹ ਹਾਜ਼ਮ ਕਰ ਜਾਂਦੇ ਨੇ। ਭਾਵ ਕਿ ਪਰਾਇਆ ਧਨ ਸਾਧ ਸੰਗਤ ਜੀ ਹਾਜ਼ਮ ਕਰ ਜਾਂਦੇ ਨੇ। ਹਰਾਮ ਖੋਰ ਪਾਤਸ਼ਾਹ ਜੀ ਅੱਗੇ ਆਖਦੇ ਨੇ, ਅਸੰਖ ਅਮਰ ਕਰ ਜਾਹੇ ਜੋਰ। ਅਸੰਖ ਅਮਰ, ਅਮਰ ਦਾ ਮਤਲਬ ਹੈ ਹੁਕਮ। ਮਹਾਰਾਜ ਕਹਿੰਦੇ ਪਤਾ ਨਹੀਂ ਕਿੰਨੇ ਕੁ ਇੱਥੇ ਦੁਨੀਆ ਦੇ ਵਿੱਚ ਹੁਕਮ ਕਰਨ ਵਾਲੇ ਹੋਏ। ਹੁਕਮ ਕਰਨ ਵਾਲੇ ਰਾਜੇ ਆਏ, ਸਰਪੰਚ ਪੰਚ ਆਏ, ਸਾਧ ਸੰਗਤ ਜੀ ਹੋਰ ਜਿਹੜੇ ਉੱਚ, ਜਿਹੜੇ ਇੱਦਾਂ ਆਖੀਏ ਕਿ ਜਿਹੜੇ ਹੋਰ ਉੱਚੇ ਲੋਕ ਹੈ, ਉੱਚ ਪਦਵੀਆਂ ਵਾਲੇ ਹੈ, ਜਿਹੜੇ ਹੁਕਮਰਾਨ ਸਨ। ਮਹਾਰਾਜ ਕਹਿੰਦੇ ਹੁਕਮ ਕਰਨ ਵਾਲੇ ਆਏ ਪਰ ਦੁਨੀਆ ਦੇ ਵਿੱਚੋਂ ਜ਼ੋਰ ਚਲਾ ਕੇ ਚਲੇ ਗਏ। ਅਸੰਖ ਹੈ, ਬੇਅੰਤ ਹੈ, ਗਿਣਤੀ ਤੋਂ ਪਰੇ ਹੈ। ਅਸੰਖ ਗਲ ਵਡ ਹਤਿਆ ਕਮਾਹੇ। ਪਤਾ ਨਹੀਂ ਕਿੰਨੇ ਕੁ ਲੋਕ ਹੈ ਜਿਹੜੇ ਸਾਧ ਸੰਗਤ ਜੀ ਲੋਕ ਹਰ ਰੋਜ਼ ਮਹਾਰਾਜ ਕਹਿੰਦੇ ਹੱਤਿਆ ਕਮਾਉਂਦੇ ਹਨ, ਗਲ ਵੱਢੇ ਜਾਂਦੇ ਨੇ। ਪਤਾ ਨਹੀਂ ਕਿੰਨੇ ਕੁ ਜੀਵਾਂ ਦੇ ਸਾਧ ਸੰਗਤ ਜੀ ਜਿਹੜਾ ਘਾਣ ਕੀਤਾ ਜਾਂਦਾ ਹੈ। ਇੱਕ ਤਾਂ ਬੰਦਾ ਉਹ ਹੈ, ਭਗਤ ਸਾਹਿਬਾਨ ਵੀ ਹੋਏ ਨੇ ਸਾਧ ਸੰਗਤ ਜੀ, ਭਗਤ ਸਾਧਨਾ ਜੀ ਹੋਏ ਨੇ, ਜਿਨ੍ਹਾਂ ਨੇ ਸਾਧ ਸੰਗਤ ਜੀ ਉਹ ਇੱਕ ਕਸਾਈ ਪੁਣੇ ਦਾ ਕੰਮ ਕੀਤਾ। ਭਾਵ ਕਿ ਜੀਵਾਂ ਨੂੰ ਕੱਟ ਕੇ ਵੇਚਣਾ। ਤੇ ਇੱਕ ਸਾਧ ਸੰਗਤ ਜੀ ਉਹ ਲੋਕ ਹੈ ਜਿਹੜੇ ਧਰਮ ਦੇ ਦੁਆਰਿਆਂ ਦੇ ਵਿੱਚ ਬੈਠ ਕੇ ਜੀਵ ਹੱਤਿਆ ਕਰਦੇ ਆ। ਧਰਮ ਦੇ ਦੁਆਰਿਆਂ ਦੇ ਵਿੱਚ ਧਰਮ ਦੇ ਨਾਮ ਦੇ ਉੱਪਰ ਬੱਕਰੇ ਵੱਢੇ ਜਾਂਦੇ ਨੇ। ਧਰਮ ਦੇ ਨਾਮ ਦੇ ਉੱਪਰ ਸਾਧ ਸੰਗਤ ਜੀ ਪਸ਼ੂਆਂ ਦੀ ਬਲੀ ਦਿੱਤੀ ਜਾਂਦੀ ਹੈ। ਮਹਾਰਾਜ ਕਹਿੰਦੇ ਇੱਕ ਪਾਸੇ ਧਰਮ ਦਾ ਪਹਿਰਾਵਾ ਪਹਿਨਿਆ, ਦੂਸਰੇ ਪਾਸੇ ਅੰਦਰੋਂ ਇਹੋ ਜਿਹੀ ਹਵਾਨੀਅਤ ਦਿਖਾਉਂਦੇ ਨੇ, ਜੇ ਕਹਿੰਦੇ ਤੂੰ ਇਹ ਕੰਮ ਕਰੂੰਗਾ ਤਾਂ ਜਾ ਕੇ ਤੂੰ ਸਿਰੇ ਲੱਗ ਸਕਦਾ। ਤੈਨੂੰ ਪਹਿਲਾਂ ਕੋਈ ਇੱਥੇ ਆ ਕੇ ਸਾਧ ਸੰਗਤ ਜੀ ਕਿਸੇ ਦੀ ਬਲੀ ਦੇਣੀ ਪਊਗੀ। ਪਸ਼ੂਆਂ ਦੀ ਬਲੀ ਛੱਡੋ, ਸਾਡੇ ਭਾਰਤ ਵਿੱਚ ਇਹੋ ਜਿਹਾ ਰਿਵਾਜ ਵੀ ਚੱਲਿਆ, ਇੱਥੇ ਬੱਚਿਆਂ ਦੀ ਬਲੀ ਵੀ ਦਿੱਤੀ ਜਾਂਦੀ ਸੀ। ਇੱਥੇ ਸਾਧ ਸੰਗਤ ਜੀ ਬੰਦਿਆਂ ਦੀ ਬਲੀ ਦਿੱਤੀ ਜਾਂਦੀ ਸੀ। ਸਾਡੇ ਭਾਰਤ ਦਾ ਇਹ ਇਤਿਹਾਸ ਹੈ ਜਿਹਦੇ ਵਿੱਚ ਆਪਾਂ ਬੈਠੇ ਹਾਂ। ਮਹਾਰਾਜ ਕਹਿੰਦੇ ਪਤਾ ਨਹੀਂ ਕਿੰਨੇ ਕੁ ਹੈ, ਅਸੰਖ ਗਲ ਵਡ ਹੱਤਿਆ ਕਮਾਹੇ। ਪਤਾ ਨਹੀਂ ਕਿੰਨੇ ਕੁ ਹੱਤਿਆ ਕਮਾਉਂਦੇ ਹਨ। ਸਤਿਗੁਰੂ ਗੁਰੂ ਪਾਤਸ਼ਾਹ ਜੀ ਆਖਦੇ ਨੇ, ਅਸੰਖ ਪਾਪੀ ਪਾਪ ਕਰ ਜਾਹੇ। ਅਸੰਖਾਂ ਹੀ ਪਾਪੀ ਹੈ, ਪਤਾ ਨਹੀਂ ਕਿੰਨੇ ਕੁ ਤਰ੍ਹਾਂ ਦੇ ਪਾਪ ਕਰਦੇ ਨੇ। ਭਾਵੇਂ ਕਿ ਸਾਧ ਸੰਗਤ ਜੀ ਮੈਂ ਸਿਰਫ ਭਾਵਾਰਥੀ ਤੁਹਾਡੇ ਨਾਲ ਵਿਚਾਰ ਰਿਹਾ, ਪਰ ਜਿਹਦੀ ਸਹੀ ਵਿਚਾਰ ਕਰਨੀ ਉਹਨੇ ਪਾਪੀ ਦੀ, ਪਾਪੀ ਕੌਣ ਹੈ, ਪਾਪ ਕਿੱਦਾਂ ਦੇ ਹੈ, ਬਹੁਤ ਲੰਬੇਰੀ ਵਿਚਾਰ ਹੈ। ਪਾਤਸ਼ਾਹ ਜੀ ਆਖਦੇ ਨੇ ਅਸੰਖਾਂ ਹੀ ਪਾਪੀ ਹੈ, ਅਨੇਕਾਂ ਤਰ੍ਹਾਂ ਦੇ ਪਾਪ ਕਰਦੇ ਨੇ। ਆ ਪਾਪ ਤੁਹਾਡੇ ਸਾਹਮਣੇ ਅੱਜ ਸੰਸਾਰ ਦੇ ਵਿੱਚ ਬੇਅੰਤ ਹੋ ਰਿਹਾ। ਇਹੋ ਜਿਹੇ ਪਾਪ ਹੋ ਰਹੇ ਹੈ, ਦੱਸਣ ਲੱਗੇ ਵੀ ਸਾਡੀ ਰੂਹ ਕੰਬਦੀ ਹੈ। ਕਿਵੇਂ ਆਪਾਂ ਦੁਨੀਆ ਦੱਸੀਏ ਕਿ ਇਹੋ ਜਿਹੇ ਪਾਪੀ ਪੈਦਾ ਹੋ ਗਏ, ਇਹੋ ਜਿਹੇ ਜ਼ੁਲਮੀ ਪੈਦਾ ਹੋ ਗਏ ਇਸ ਦੁਨੀਆ ਦੇ ਅੰਦਰ। ਸਾਧ ਸੰਗਤ ਜੀ ਅੱਜ ਛੋਟੇ ਛੋਟੇ ਬੱਚਿਆਂ ਨੂੰ, ਮੈਨੂੰ ਖਿਮਾ ਕਰਿਓ, ਛੋਟੇ ਛੋਟੇ ਬੱਚਿਆਂ ਦੇ ਨਾਲ ਰੇਪ ਕਰਨ ਲੱਗੇ। ਇਹੋ ਜਿਹੇ ਪਾਪੀ ਪੈਦਾ ਹੋ ਗਏ ਇਸ ਦੁਨੀਆ ਦੇ ਵਿੱਚ। ਮਹਾਰਾਜ ਕਹਿੰਦੇ ਅਸੰਖ ਪਾਪੀ ਪਾਪ ਕਰ ਜਾਹੇ। ਬਹੁਤ ਬੇਅੰਤ, ਗਿਣਤੀ ਤੋਂ ਪਰੇ ਇਹੋ ਜਿਹੇ ਲੋਕ। ਸਤਿਗੁਰੂ ਪਾਤਸ਼ਾਹ ਜੀ ਆਖਦੇ ਨੇ ਅਸੰਖ ਮਲੇਸ਼ ਮਲ ਭਖ ਖਾਹੇ। ਮਲੇਸ਼ ਸਾਧ ਸੰਗਤ ਜੀ ਗੰਦੀ ਵਰਤੀ ਵਾਲੇ, ਨੀਚ ਵਰਤੀ ਵਾਲੇ। ਮਹਾਰਾਜ ਕਹਿੰਦੇ ਮਲ ਭਖ ਖਾਹੇ, ਜਿਹੜੇ ਹਮੇਸ਼ਾ ਹੀ ਸਤਿਗੁਰੂ ਗੁਰੂ ਪਾਤਸ਼ਾਹ ਜੀ ਆਖਦੇ ਨੀਚ ਵਰਤੀ ਵਿੱਚ ਹੀ ਖਾਂਦੇ ਹਨ। ਅਸੰਖ ਨਿੰਦਕ ਸਿਰ ਕਰਹੇ ਭਾਤ। ਅਸੰਖਾਂ ਹੀ ਨਿੰਦਕ ਹੈ, ਜਿਹੜੇ ਸਾਧ ਸੰਗਤ ਜੀ ਇੱਕ ਦੂਸਰੇ ਦੀ ਨਿੰਦਿਆ ਕਰ ਕਰਕੇ। ਅਸੰਖ ਨਿੰਦਕ ਸਿਰ ਕਰਹੇ ਭਾਰ, ਆਪਣੇ ਸਿਰ ਦੇ ਉੱਪਰ ਭਾਰ ਚੁੱਕ ਲੈਂਦੇ ਨੇ। ਇਸੇ ਕਰਕੇ ਕਬੀਰ ਸਾਹਿਬ ਜੀ ਦਾ ਬਚਨ ਹੈ, ਨਿੰਦੋ ਨਿੰਦੋ ਮੋਕੋ ਲੋਗ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਤਾਰੀ। ਇਸੇ ਕਰਕੇ ਕਬੀਰ ਸਾਹਿਬ ਨੇ ਆਖਿਆ, ਕਹਿੰਦੇ ਜਿਹਨੇ ਨਿੰਦਣਾ ਨਿੰਦੋ, ਮੇਰਾ ਤਾਂ ਵਜਨ ਹਲਕਾ ਹੁੰਦਾ ਹੈ, ਤੁਸੀਂ ਆਪਣੇ ਸਿਰ ਦੇ ਉੱਪਰ ਵਜਨ ਪਾਉਂਦੇ ਹੋ। ਯਾਦ ਰੱਖਿਓ, ਗੁਰੂ ਸਾਹਿਬ ਦੀ ਵਿਚਾਰ ਹੈ, ਗੁਰੂ ਨਾਨਕ ਸਾਹਿਬ ਦੀ, ਜੇ ਕਿਸੇ ਦੀ ਨਿੰਦਿਆ ਕਰਦੇ ਐ ਸਾਧ ਸੰਗਤ ਜੀ, ਉਹਦਾ ਜਿਹੜਾ ਭਾਰ ਹੈ ਸਾਡੇ ਸਿਰ ਦੇ ਉੱਪਰ ਆ ਜਾਣਾ ਹੈ। ਉਹਦੇ ਜਿਹੜੇ ਕੀਤੇ ਹੋਏ ਪਾਪ ਵੀ ਤਕਰੀਬਨ ਉਹ ਵੀ ਸਾਡੇ ਸਿਰ ਦੇ ਉੱਪਰ ਆ ਜਾਣੇ ਜੇ ਆਪਾਂ ਨਿੰਦਿਆ ਕਰਦੇ ਰਹੇ। ਮਹਾਰਾਜ ਕਹਿੰਦੇ ਅਸੰਖ ਨਿੰਦਕ ਸਿਰ ਕਰਹੇ ਭਾਰ, ਨਾਨਕ ਨੀਚ ਕਹਿ ਵਿਚਾਰ। ਦੇਖੋ ਨਿਰਮਾਣਤਾ ਗੁਰੂ ਸਾਹਿਬ ਦੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਪਹਿਲੀ ਪੌੜੀ ਪੜ੍ਹੀ ਸੀ ਨਾ, ਵਾਰਿਆ ਨਾ ਜਾਵਾ ਏਕ ਵਾਰ ਜੋਤ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ। ਸਾਧ ਸੰਗਤ ਜੀ ਇੱਥੇ ਨਾਨਕ ਨਾਮ ਨਹੀਂ ਆਇਆ,
दूसरी पौड़ी दे विच नानक नाम आया, नानक नीच कहे विचार। इहदे दो अर्थ कीते जांदे ने। एक विद्वान अर्थ करते हैं कि गुरु नानक सब सच्चे पातशाह आखते ने कि मारे जेड़े जेड़े नीवे है, नीच है, मैं उन्होंने विचार करदा है। तो सत दूसरा जिहड़ा अर्थ ये है कि मालक जी नानक नीच, मैं नीच, गुरु नानक साहब सच्चे पातशाह ने अपने आप को नीच आखिया। नानक नीच कहे विचार। पातशाह जी आखन लगे कि मालक जी मैं नीमा, मैं की विचार कर सकता है, मैं भी इन्हां दे विच नीमा हाँ, नीच हाँ, अपने आप को उच्चा नहीं आखिया। ये सार संगत जी अंदर दी साडी निमरता निर्माणता है, साडे अंदर दी एक दया है, ਜਿਹੜੇ हर एक गुरु के सिख दे विचों ये होनी चाहिए है। पातशाह जी आखदे ने वारिया ना जावा एक वार, जो तुद भावै साई भली कार। मैं दे अर्था नहीं करदा पिया, पिछे कर चुके। वारिया ना जावा एक बार भी, सच्चे पातशाह वारिया ना जावा एक बार, मैं थोड़े तो एक बार भी वारने बलिहार नहीं हो सकता, क्योंकि तुसी बहुत बेअंत उच्चे हो। जो तुद भावै साई भली कार। मालिक जी जो थानू चंगा लगदा ओही जिहड़ी कार है इस संसार दे विच चलदी है। तू सदा सलामत निरंकार। पातशाह जी आखन लगे कि मालिक जी तू सदा सलामत, तू हमेशा ही सलामत रहन वाला है। निरंकार साध संगत जी, निरंकार का मतलब है जिहदा कोई आकार ना होवे। ਆਪਾਂ पढ़ते ना रोज बचन, चक्कर चहन अर वर्ण जात अर पात नहन, जिह रूप रंग अर रेख भेख, को कह ना सकत कहे अचल, मूर्त अनुभव प्रकाश अमितोज, कहजै कोट इंद्र इंद्राण, साहे सहान गणिजै। ये निरंकार दी सार संगत जी इत्थे परिभाषा है, जिहदा कोई आकार नहीं है, कोई चक्कर नहीं है, कोई चेहर नहीं है, पर है मौजूद। घट घट मैं हर जू वसै। सार संगत जी सबै घट राम बोलै, रामा बोलै, राम बिना को बोलै रे। एकल माटी कुंजर चीटी, भाजन है बहु नाना रे। अस्थावर जंगम कीट पतंगम। सार संगत जी बाबा नामदेव जी आखदे ने कि वह परमात्मा अस्थावर जंगम कीट पतंगम, भाजन है बहु नाना रे। सार संगत जी परमात्मा हर एक जगह दे विच मौजूद है, जर्रे जर्रे दे विच वो परमात्मा अकाल पुरख समाया होया है। इहदा मतलब यही है। सार संगत जदों आपां किसे नूं बुरी अख दे नाल, जदों आपां किसे दा बुरा करिए ना, साडे मन दे अंदर महाराज कहंदे तेरे अंदर चीज़ पैदा हो जाए, परमात्मा इहदे अंदर भी है। जदों आपां इदां समझांगे ना, साडे अपने आप ही पाप घट जाने, साडे अपने आप ही सार संगत जी मन ठंडा पै जाना कि नहीं, जे परमात्मा मेरे अंदर भी है तो इहदे अंदर भी है। सार संगत जी बड़े रिश्ते साडे इहो जे सौखे हो सकते हैं, जिवें घरां दे विच अज लड़ाई हो रही है, कई कुछ हुंदा पिया। सार संगत जे आपां ये चीज़ समझ लईए कि नहीं रब मेरे अंदर भी तो रब उहदे अंदर भी है, तो जे मैं बोलूँगा फिर रब नूं बोलूँगा, रब नूं मैं बोल नहीं सकदा। इस करके सार संगत जी साडे कलेश भी घट जाने हैं। जर्रे जर्रे दे विच परमात्मा आप बैठा होया, आप समाया होया है। इसे करके महाराज कहते तू सदा सलामत निरंकार, तू हमेशा ही सलामत रहन वाला है। सतगुरु गुरु पातशाह जी इत्थे तक सार संगत जी आपां 18 पौड़ियां जिहड़ी विचार कर चुके हैं। गुरु पातशाह कृपा करन सार संगत जीओ एक एक जिहड़ा अखर है साडे हिरदे विच वस जावे। भावें कि चलो जिहड़ा इन्नी छेती ना अंदर वसाना औखा भी है। मैं जे अपनी गल करां, सही पुछो साध संगत जीओ, तकरीबन जिहड़ा पाठ करदे नूं मैनूं 18-20 साल का समा हो गया। 15 कुछ साल पहले ना बस इसे तरह पढ़ पढ़ के गुजारे है। तो अज गुरु साहब ने कृपा की, जदों आपां हुण विचार करते बड़े हैरान हुंदे, कमाल की गल इन्ना समा उदे लगा दिता पढ़ पढ़ के। इसे करके वार वार बेनती करदा थोड़ा पढ़ो बहुता विचारो। जे आपां विचार करांगे जीवन का तां ही सुधार होना है, नहीं तो पढ़ ले साध संगत जी पढ़दे साडा मन किते हुंदा, जवान किते हुंदी, शरीर किते हुंदा। इदां भी होण लग पिया ना, हुण जदों बाणी साडे कंठ हो गई, शरीर साडा काम करदा है, मन साडा किते है जवान।
ਬਾਣੀ ਪੜ੍ਹਦੀ ਹੈ। ਚਲੋ ਇੱਦਾਂ ਵੀ ਪੜ੍ਹਨਾ ਠੀਕ ਹੈ, ਪਰ ਸਾਧ ਸੰਗਤ ਜੀ ਜਦੋਂ ਵਿਚਾਰ ਕੇ ਪੜਾਂਗੇ ਨਾ ਫਿਰ ਮਨ ਟਿਕਦਾ ਹੈ, ਫਿਰ ਜਿਹੜੀ ਸਾਡੇ ਅੰਦਰ ਦੀ ਜਿਹੜੀ ਇਕਾਗਰਤਾ ਬਣਦੀ ਹੈ। ਗੁਰੂ ਕਿਰਪਾ ਕਰੇ ਸਾਧ ਸੰਗਤ ਜੀ ਮਨ ਦੀ ਇਕਾਗਰਤਾ ਤੇ ਆਪ ਸਾਰਿਆਂ ਦੀ ਤੰਦਰੁਸਤੀ ਪਾਤਸ਼ਾਹ ਰੱਖਣ। ਇਸੇ ਤਰ੍ਹਾਂ ਆਪਾਂ ਰਲ ਮਿਲ ਕਰਕੇ ਬੈਠੀਏ, ਜੋ ਇਹ ਵਿਚਾਰ ਚੱਲ ਰਹੀ ਹੈ ਸਾਧ ਜਿੰਨਾ ਵੀ ਚਲੋ ਗੁਰੂ ਕਿਰਪਾ ਕਰੇ ਵਿਚਾਰਾਂਗੇ, ਤੇ ਜੇ ਅੱਗੇ ਸਮਾਂ ਮਿਲਿਆ ਅੱਗੇ ਫਿਰ ਸਾਧ ਸੰਗਤ ਜੀ ਇੱਕ ਲੜੀ ਤਹਿਤ ਆਪਾਂ ਹੋਰ ਗੁਰਬਾਣੀ ਜਿਹੜੀ ਬਾਣੀਆਂ ਨੂੰ ਵਿਚਾਰਨ ਦਾ ਯਤਨ ਕਰਾਂਗੇ। ਸੋ ਅੱਜ ਦੀ ਵਿਚਾਰ ਅੰਦਰ ਸਾਧ ਸੰਗਤ ਜੀ ਭੁੱਲ ਚੁੱਕ ਦੀ ਖਿਮਾ ਕਰਿਓ, ਅਸੀਸ ਦਿਓ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।